ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸ ਹੋਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਬਾਣੀ ਵਿੱਚੋਂ ਆਖਰੀ ਸ਼ਲੋਕ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ, ਉਹਨਾਂ ਪਾਸੋਂ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਅੱਜ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਆਪ ਸਰਬੱਤ ਸਾਧ ਸੰਗਤ ਨੂੰ ਲੱਖ 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 ਵਧਾਈ ਹੋਵੇ ਜੀ। ਇਸ ਮਹੀਨੇ ਦੀ ਸਗਰਾਂਦ ਕੱਲ੍ਹ 15 ਤਰੀਕ ਨੂੰ ਹੈ। ਕੱਲ੍ਹ 15 ਤਰੀਕ ਨੂੰ ਹੀ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ, ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਸ਼ਾਮਾਂ ਤੱਕ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਆਪ ਸੰਗਤਾਂ ਪ੍ਰਤੀ ਬੇਨਤੀ ਹੈ, ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਹਰਜਸ ਬਾਣੀ ਸਰਵਣ ਕਰਕੇ, ਹੱਥੀਂ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਅੰਮ੍ਰਿਤ ਸੰਚਾਰ ਹਰ ਐਤਵਾਰ ਇਸ ਪਾਵਨ ਸਥਾਨ 'ਤੇ ਹਰ ਬੁੱਧਵਾਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੁੰਦਾ ਹੈ। ਕੇਸੀ ਇਸ਼ਨਾਨ ਕਰਕੇ ਦਿਨ ਦੇ 11 ਵਜੇ ਪਹੁੰਚ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਅਗਲੇ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ। ਬਦਬਖਤ ਹਮ ਚੂੰ ਬਖੀਲ ਗਾਫਿਲ ਬੇਨਜ਼ਰ ਬੇਬਾਕ। ਨਾਨਕ ਬੁਗੋਯਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਨਾਨਕ ਬੁਗੋਯਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੀ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਣਾਂ ਦੇ ਭੰਡਾਰ ਸਾਂਝੀਵਾਲਤਾ ਦੇ ਪ੍ਰਤੀਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਵਿੱਚ ਉਚੇਚੇ ਤੌਰ 'ਤੇ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਮਹਾਰਾਜ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਮੁਕੱਦਸ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਵਿੱਚ ਦੀਵਾਨਾਂ ਦੀਆਂ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਜਿਨ੍ਹਾਂ 'ਤੇ ਅਕਾਲ ਪੁਰਖ ਜੀ ਨੇ ਮਿਹਰ ਦੀ ਨਜ਼ਰ ਕੀਤੀ ਹੈ, ਜਿਨ੍ਹਾਂ 'ਤੇ ਤਰਸ ਵਾਲੀ ਨਜ਼ਰ ਹੋਈ, ਬਚਨ ਨੇ ਗੁਰੂ ਕੀ ਬਾਣੀ ਦੇ ਜਾਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਤਰਸ ਹੋਇਆ ਦਾਤੇ ਦਾ ਗੁਰੂ ਦੀ ਗੋਦ ਵਿੱਚ ਜੁੜਨ ਦਾ ਸੁਭਾਗ ਵਡਭਾਗੀ ਰੂਹਾਂ ਨੂੰ ਪ੍ਰਾਪਤ ਹੋਇਆ। ਅੰਮ੍ਰਿਤ ਬਾਣੀ ਦੇ ਨਿਤਨੇਮ ਉਪਰੰਤ ਜੋ ਕੀਰਤਨ ਰੂਪ ਵਿੱਚ ਆਸਾ ਕੀ ਵਾਰ ਬਾਣੀ ਦਾ ਕੀਰਤਨ ਸ਼ਬਦ ਕੀਰਤਨ ਗੁਰੂ ਦਰਬਾਰਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹੁੰਦਾ ਹੈ, ਆਪ ਜੀਆਂ ਨੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਬੜੀ ਪਿਆਰ ਨਾਲ ਕੀਰਤਨ ਸ਼ਰਵਣ ਕੀਤਾ। ਪਾਵਨ ਦਰਬਾਰ ਵਿਖੇ ਚੱਲ ਰਹੀ ਲੜੀਵਾਰ ਵਿਚਾਰ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਅੱਜ ਜਪਜੀ ਸਾਹਿਬ ਦੀ ਮੁਕੰਮਲਤਾ ਦੇ ਉੱਤੇ ਜਪਜੀ ਸਾਹਿਬ ਦੇ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਪਾਸੋਂ ਸ਼ਰਵਣ ਕੀਤਾ ਹੈ। ਆਓ
ਨਿਯਤ ਸਮੇਂ ਵਿੱਚ ਰਹਿ ਕੇ ਜਿੱਥੇ ਆਪਾਂ ਇਸ ਬਾਣੀ ਦੀ ਵਿਚਾਰ ਨਾਲ ਜੁੜਨਾ ਹੈ, ਉੱਥੇ ਅੱਜ ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, ਜੋ ਕਿ ਹਰ ਸਿੱਖ ਦਾ ਫਰਜ਼ ਹੈ, ਹਰ ਉਸ ਮਨੁੱਖ ਦਾ ਫਰਜ਼ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ, ਸਿਜਦਾ ਕਰਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕੀਦਤ ਰੱਖਦਾ, ਵਿਸ਼ਵਾਸ ਰੱਖਦਾ, ਕਿਉਂਕਿ ਇਹਨਾਂ ਬਾਣੀ ਦੇ ਉਪਦੇਸ਼ਾਂ ਵਿੱਚ ਬਾਬਾ ਕਬੀਰ ਸਾਹਿਬ ਦੇ ਬਚਨ ਵੀ ਸਾਨੂੰ ਰੋਜ਼ ਉਪਦੇਸ਼ ਦੇ ਹਨ, ਗਿਆਨ ਦਿੰਦੇ ਨੇ। ਸੋ ਉਹਨਾਂ ਦਾ ਜਨਮ ਦਿਹਾੜਾ ਵੀ ਹੈ। ਸੋ ਉਹਨਾਂ ਦੇ ਜੀਵਨ ਅਤੇ ਅੱਜ ਦੀ ਇਸ ਲੜੀਵਾਰ ਵਿਚਾਰ ਵਿੱਚ ਜੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਹੁਕਮ ਕਰ ਰਹੇ ਹਨ, ਇਹਨਾਂ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਦੀ ਸਾਂਝ ਤੋਂ ਪਹਿਲੋਂ ਮਨੋਬਿਰਤੀਆਂ ਇਕਾਗਰ ਕਰਦੇ ਹਾਂ। ਗੁਰੂ ਪਿਆਰਿਓ, ਲਗਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਆਪਾਂ ਰੋਜ਼ ਸਿੱਖ ਦੇ ਨਿਤਨੇਮ ਵਿੱਚ ਜੋ ਬਾਣੀ ਗੁਰੂ ਪਿਤਾ ਵੱਲ ਦੀ ਉਚਾਰੀ ਦਰਜ ਹੈ, ਇਹਨਾਂ ਬਚਨਾਂ ਨੂੰ ਸਰਵਣ ਕਰਦੇ ਹਾਂ, ਗਾਇਨ ਕਰਦੇ ਹਾਂ। ਜਪਜੀ ਸਾਹਿਬ ਬਾਣੀ ਆਕਾਰ ਵਿੱਚ ਉਹਨਾਂ ਲਮੇਰੀਆਂ ਬਾਣੀਆਂ ਵਰਗੀ ਲੰਬੀ ਤੇ ਨਹੀਂ, ਜਿਵੇਂ ਸੁਖਮਨੀ ਸਾਹਿਬ ਹੈ, ਸਿੱਧ ਗੋਸ਼ਟ ਹੈ, ਓੰਕਾਰ ਬਾਣੀ ਹੈ, 52 ਅੱਖਰੀ ਹੈ, ਹੋਰ ਕਈ ਬਾਣੀਆਂ ਲਮੇਰੀਆਂ ਨੇ। ਲੇਕਿਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜ਼ਿੰਦਗੀ ਦੇ ਬਹੁਪੱਖੀ ਸਿਧਾਂਤਾਂ ਨੂੰ, ਬਹੁਪੱਖੀ ਉਪਦੇਸ਼ਾਂ ਨੂੰ ਬਹੁਤ ਹੀ ਸੋਹਣੇ ਢੰਗ ਦੇ ਨਾਲ ਇਹਨਾਂ 38 ਪੌੜੀਆਂ, ਮੂਲ ਮੰਤਰ ਤੇ 2 ਸ਼ਲੋਕਾਂ ਵਿੱਚ ਦਰਜ ਕੀਤਾ ਹੈ। ਬੜੇ ਪਿਆਰ ਨਾਲ ਬਾਬਾ ਨਾਨਕ ਜੀ ਨੇ ਪੜਾ ਦਰ ਪੜਾ ਆਰੰਭਤਾ ਕੀਤੀ ਹੈ ਕਰਮ ਕਾਂਡਾਂ ਤੋਂ, ਕਿ ਬੰਦੇ ਤੂੰ ਕਿਹੜੇ ਪਾਸੇ ਆਪਣੀ ਜ਼ਿੰਦਗੀ ਨੂੰ ਲਾ ਕੇ ਖੁਆਰ ਕਰਦਾ, ਕਿਉਂਕਿ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਰੱਬ ਜੀ ਜਿਹੜੇ ਨੇ ਉਹ ਕਰਮ ਕਾਂਡਾਂ ਰਾਹੀਂ ਨਹੀਂ, ਉਹ ਤੇਰੇ ਹਿਰਦੇ ਦੀ ਪ੍ਰੀਤ ਦੇ ਨਾਲ ਤੈਨੂੰ ਪ੍ਰਾਪਤ ਹੋਣੇ ਨੇ। ਤੇ ਜਿੱਥੇ ਪ੍ਰੀਤ, ਜਿੱਥੇ ਪਿਆਰ ਹੁੰਦਾ ਹੈ, ਉੱਥੇ ਸਾਹਮਣੇ ਵਾਲੇ ਦੀ ਗੱਲ ਨੂੰ ਮੰਨਣ ਦਾ ਵੀ ਭਾਵ ਜਿਹੜਾ ਉਹ ਜ਼ਰੂਰ ਹੁੰਦਾ ਹੈ। ਸੋ ਗੱਲ ਬਾਬਾ ਨਾਨਕ ਜੀ ਨੇ ਸ਼ੁਰੂ ਵਿੱਚ ਹੀ ਸਮਝਾ ਦਿੱਤੀ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਉਹ ਸਾਰਾ ਹੁਕਮ ਹੈ, ਕਿਵੇਂ ਤੂੰ ਸੁਣਨਾ ਹੈ, ਕਿਵੇਂ ਤੂੰ ਮੰਨਣਾ ਹੈ, ਕਿਵੇਂ ਤੂੰ ਕਮਾਉਣਾ ਹੈ, ਕਿਸ ਤਰ੍ਹਾਂ ਰੱਬ ਦੀ ਵਿਸ਼ਾਲਤਾ ਨੂੰ ਦੇਖਣਾ ਹੈ, ਕਿਸ ਤਰ੍ਹਾਂ ਆਪਣੇ ਜੀਵਨ ਨੂੰ ਨਿਰਮਲ ਕਰਨਾ ਹੈ। ਇਹ ਪੌੜੀ ਦਰ ਪੌੜੀ 38ਵੀਂ ਪੌੜੀ ਦੇ ਸਫ਼ਰ ਨੂੰ ਆਪਾਂ ਤੈਅ ਕੀਤਾ ਹੈ। ਅੱਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਪਜੀ ਵਿੱਚ ਜੋ ਆਖਰੀ ਬਚਨ ਸ਼ਲੋਕ ਹੈ, ਇਸ ਵਿੱਚ ਵੀ ਬਾਬਾ ਜੀ ਨੇ ਬੜੇ ਵਿਲੱਖਣ ਖਿਆਲ ਰੱਖੇ ਹੈ। ਮੈਂ ਵਿਚਾਰ ਵਿੱਚ ਇੱਕ ਪਹਿਲੋਂ ਹੀ ਸ਼ਬਦ ਤੋਂ ਪਹਿਲਾਂ ਬੇਨਤੀ ਕਰਦੇ ਹਾਂ, ਬਹੁਪੱਖੀ ਸ਼ਬਦ ਐਸਾ ਹੈ ਜਿਹੜਾ ਕਿ ਬਹੁਤ ਸਾਰੇ ਰੂਪਾਂ ਵਿੱਚ, ਬਹੁਤ ਸਾਰੇ ਪਾਸਿਆਂ ਤੋਂ, ਬਹੁਤ ਸਾਰੀਆਂ ਦਿਸ਼ਾਵਾਂ ਤੋਂ ਨਜ਼ਰ ਮਾਰੀਏ ਤੇ ਉਹ ਵਖਰੇਵੇਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਪਰ ਅਸਲ ਵਿੱਚ ਹੁੰਦੀ ਗੱਲ ਇੱਕੋ ਹੈ। ਮੈਂ ਉਦਾਹਰਣ ਸਾਂਝੀ ਕਰਦੇ ਹਾਂ। ਆਪਾਂ ਉਦਾਹਰਣ ਵਜੋਂ ਦਰਬਾਰ ਸਾਹਿਬ ਜਾਈਏ। ਤੁਸੀਂ ਦਰਬਾਰ ਸਾਹਿਬ ਜਾ ਕੇ ਲੰਗਰ ਹਾਲ ਵਾਲੇ ਪਾਸਿਓਂ ਦਾਖਲ ਹੋਵੋ ਤੇ ਦਰਬਾਰ ਸਾਹਿਬ ਦਾ ਦ੍ਰਿਸ਼ ਕੁਝ ਹੋਰ ਨਜ਼ਰ ਆਉਂਦਾ ਹੈ। ਤੁਸੀਂ ਘੰਟਾ ਘਰ ਵਾਲੇ ਪਾਸਿਓਂ ਜਾ ਕੇ ਅੰਦਰ ਪ੍ਰਵੇਸ਼ ਕਰੋ, ਤੁਹਾਨੂੰ ਕੁਝ ਹੋਰ ਦਰਬਾਰ ਸਾਹਿਬ ਦਾ ਦ੍ਰਿਸ਼ ਨਜ਼ਰ ਆਏਗਾ। ਤੁਸੀਂ ਦੂਸਰੇ ਪਾਸਿਓਂ ਨਜ਼ਰ ਮਾਰੋ, ਤੁਹਾਨੂੰ ਦਰਬਾਰ ਸਾਹਿਬ ਕਿਸੇ ਹੋਰ ਐਂਗਲ ਨਾਲ, ਕਿਸੇ ਹੋਰ ਰੂਪ ਰੇਖਾ ਵਿੱਚ ਨਜ਼ਰ ਆਏਗਾ। ਕੇਂਦਰੀ ਸਥਾਨ ਇੱਕੋ ਹੀ ਹੈ, ਵੱਖ-ਵੱਖ ਪਾਸਿਆਂ ਤੋਂ ਨਜ਼ਰ ਮਾਰਦੇ ਆ, ਵੱਖ-ਵੱਖ ਰੂਪ ਨੇ। ਲੇਕਿਨ ਜਦੋਂ ਸਿੱਖ ਅੰਦਰ ਜਾਂਦਾ ਹੈ ਤੇ ਉੱਥੇ ਜੋਤ, ਉੱਥੇ ਗਿਆਨ, ਉੱਥੇ ਗੁਰੂ, ਉੱਥੇ ਜੁਗਤ, ਉਹ ਸਾਰਿਆਂ ਲਈ ਇੱਕੋ ਹੈ। ਜਪਜੀ ਸਾਹਿਬ ਨੂੰ ਬਹੁ ਪੱਖਾਂ ਤੋਂ ਨਜ਼ਰ ਮਾਰਾਂਗੇ ਤੇ ਇਹ ਜਿਹੜੀ ਵਿਗਿਆਨਕ ਪਹਿਲੂ ਹੈ ਉਸ ਦੇ ਵਿੱਚ ਕੁਝ ਹੋਰ ਹੈ। ਇੱਥੇ ਰਾਜਸੀ ਧਰਮ ਦੇ ਰੂਪ ਵਿੱਚ, ਸਮਾਜਿਕ ਰੂਪ ਵਿੱਚ ਹਰ ਪੱਖ ਨੂੰ ਬਾਬਾ ਨਾਨਕ ਜੀ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ ਹੈ। ਅੱਜ ਦਾ ਜਿਹੜਾ ਇਹ ਸ਼ਲੋਕ ਹੈ, ਇਸ ਵਿੱਚ ਵੀ ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਸਾਡੇ ਸਾਹਮਣੇ ਰੱਖੀ ਹੈ। ਜਿਵੇਂ
ਬਹੁਤ ਸਾਰੇ ਬੱਚਿਆਂ ਦਾ ਜਨਮ ਪਿਤਾ ਦੇ ਚਲਾਣੇ ਤੋਂ ਬਾਅਦ ਹੁੰਦਾ ਹੈ। ਭਾਵ ਬੱਚੇ ਦਾ ਜਨਮ ਹੋਇਆ ਉਸ ਤੋਂ ਮਹੀਨਾ 2 ਮਹੀਨਾ 4 5 ਮਹੀਨੇ ਪਹਿਲਾਂ ਉਸ ਦਾ ਪਿਤਾ ਚਲਾਣਾ ਕਰ ਜਾਂਦਾ। ਜ਼ਰੂਰੀ ਨਹੀਂ ਕਿ ਹਰ ਬੱਚੇ ਨੂੰ ਪਿਤਾ ਦੀ ਗੋਦ ਵਿੱਚ ਖੇਡਣ ਦਾ ਸਮਾਂ ਨਸੀਬ ਹੋਵੇ। ਕੁਝ ਬੱਚੇ ਐਸੇ ਨੇ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੀ ਮਾਤਾ ਜਨਮ ਤੋਂ ਬਾਅਦ ਚਲਾਣਾ ਕਰ ਜਾਂਦੀ ਹੈ ਜਾਂ ਛੋਟੀ ਉਮਰੇ ਚਲੀ ਜਾਂਦੀ ਹੈ। ਉਸ ਬੱਚੇ ਨੂੰ ਮਾਂ ਦੀ ਗੋਦ ਨਹੀਂ ਮਿਲਦੀ, ਉਸ ਬੱਚੇ ਨੂੰ ਪਿਤਾ ਦੀ ਉਂਗਲ ਨਹੀਂ ਮਿਲਦੀ ਜਿਸ ਦਾ ਪਿਤਾ ਪਹਿਲੋਂ ਚਲਾ ਗਿਆ। ਜ਼ਰੂਰੀ ਨਹੀਂ ਕਿ ਹਰ ਬੱਚੇ ਨੂੰ ਖਿਡਾਵੇ ਤੇ ਖਿਡਾਵੀ ਵਾਲੀ ਸੰਗਤ ਵੀ ਮਿਲੇ। ਹਰ ਬੰਦਾ ਦਾਈ ਤੇ ਦਾਏ ਦਾ ਇੰਤਜ਼ਾਮ ਨਹੀਂ ਕਰ ਸਕਦਾ। ਫਿਰ ਉਦਾਹਰਣ ਦਿਆਂ, ਜ਼ਰੂਰੀ ਨਹੀਂ ਕਿ ਹਰ ਬੱਚੇ ਨੂੰ ਗੁਰੂ ਉਸਤਾਦ ਮਾਸਟਰ ਮਿਲ ਸਕੇ। ਬੜੇ ਸਾਰੇ ਬੱਚੇ ਐਸੇ ਨੇ ਜਿਹੜੇ ਅਨਪੜ੍ਹ ਰਹਿ ਜਾਂਦੇ ਨੇ, ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹਨ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨੇ ਪਰ ਉਹ ਪੜ੍ਹਾ ਨਹੀਂ ਸਕਦੇ। ਸੋ ਕਈਆਂ ਨੂੰ ਮਾਤਾ ਦੀ ਗੋਦ ਨਹੀਂ ਮਿਲਦੀ, ਕਈਆਂ ਨੂੰ ਪਿਤਾ ਦੀ ਉਂਗਲ ਨਹੀਂ ਮਿਲਦੀ, ਕਈਆਂ ਨੂੰ ਦਾਈ ਨਹੀਂ ਮਿਲਦੀ ਖਿਡਾਉਣ ਲਈ, ਕਈਆਂ ਨੂੰ ਦਾਇਆ ਘੁਮਾਉਣ ਲਈ ਨਹੀਂ ਮਿਲਦਾ ਤੇ ਕਈਆਂ ਨੂੰ ਗੁਰੂ ਨਹੀਂ ਮਿਲਦਾ। ਪਰ ਬਾਬਾ ਨਾਨਕ ਅੱਜ ਇੱਕ ਬਹੁਪੱਖੀ ਰੂਪ ਵਿੱਚ ਗੱਲ ਸਮਝਾਉਂਦੇ ਨੇ। ਕਹਿੰਦੇ ਨੇ, ਦੁਨੀਆ ਦੇ ਲੋਕੋ ਇੱਕ ਗੱਲ ਜਾਣ ਲੈਣਾ, ਸੰਸਾਰੀ ਰੂਪ ਵਿੱਚ ਕੋਈ ਜਿਤਨਾ ਮਰਜੀ ਯਤਨ ਕਰੇ ਸਮਰੱਥ ਨਹੀਂ ਹੋ ਸਕਦਾ। ਕੋਈ ਕਿਸੇ ਪੱਖ ਤੋਂ ਕਮਜ਼ੋਰ ਹੈ, ਕੋਈ ਕਿਸੇ ਪੱਖ ਤੋਂ, ਲੇਕਿਨ ਜਿੱਥੇ ਦਾਤੇ ਦੀ ਕਿਰਪਾ ਵਰਤਦੀ ਹੈ ਉੱਥੇ ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਭਾਵੇਂ ਕੋਈ ਕੰਗਾਲ ਹੋਵੇ ਤੇ ਭਾਵੇਂ ਕੋਈ ਬਾਦਸ਼ਾਹ ਹੋਵੇ, ਨਿਰੰਕਾਰ ਨੇ ਇਹੋ ਜਿਹਾ ਇੰਤਜ਼ਾਮ ਕੀਤਾ ਕਿ ਹਰ ਜੀਵ ਵਾਸਤੇ ਗੁਰੂ ਵੀ ਹੈ, ਹਰ ਜੀਵ ਵਾਸਤੇ ਮਾਤਾ ਵੀ ਹੈ, ਪਿਤਾ ਵੀ ਹੈ, ਦਾਈ ਤੇ ਦਾਏ ਦਾ ਇੰਤਜ਼ਾਮ ਰੱਬ ਨੇ ਆਪ ਕੀਤਾ ਹੈ। ਉਹ ਅੱਜ ਇੱਥੇ ਪ੍ਰਗਟ ਕਰਦੇ ਨੇ ਬਾਬਾ ਨਾਨਕ ਜੀ। ਸ਼ਲੋਕ ਹੈ ਬਾਬਾ ਜੀ ਦਾ, ਦੇਖੋ ਕਿੱਡਾ ਸੋਹਣਾ ਬਚਨ ਹੈ। ਕਹਿੰਦੇ ਨੇ ਸ਼ਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਗੁਰੂ ਗਿਆਨ ਦਿੰਦਾ ਹੈ, ਗੁਰੂ ਸਮਾਜ ਨਾਲ ਸੰਬੰਧ ਜੋੜਨ ਦੀ ਰੀਤ ਸਿਖਾਉਂਦਾ ਹੈ। ਅਨਪੜ੍ਹ ਬੰਦੇ ਤੋਂ ਲੋਕ ਬਚਣਾ ਚਾਹੁੰਦੇ ਨੇ ਤੇ ਪੜ੍ਹੇ ਲਿਖੇ ਦੀ ਸੰਗਤ ਕਰਨਾ ਚਾਹੁੰਦੇ ਨੇ। ਸਤਿਗੁਰੂ ਕਹਿੰਦੇ ਨੇ, ਜਿਹੜੇ ਹਵਾ ਹੈ ਨਾ, ਸਵਾਸ ਨੇ, ਇਹ ਤੇਰਾ ਸੰਸਾਰ ਨਾਲ ਸਮਾਜ ਨਾਲ ਰਿਸ਼ਤਾ ਜੋੜਦੇ ਹੈ। ਇੱਥੋਂ ਤੱਕ ਜੇ ਪ੍ਰਾਣ ਰੂਪ ਗੁਰੂ ਟੁੱਟ ਜਾਏ, ਬੰਦੇ ਦਾ ਨਿਕਲ ਜਾਏ, ਤੇ ਆਪਣੀ ਔਲਾਦ ਜਾਂ ਆਪਣੇ ਮਾਤਾ ਪਿਤਾ ਵੀ ਘਰ ਨਹੀਂ ਰੱਖਦੇ, ਕਾਢੋ ਕਾਢੋ ਹੋਈ, ਕਿਉਂਕਿ ਰਿਸ਼ਤਾ ਗੁਰੂ ਨਾਲ ਨਹੀਂ ਜੁੜਿਆ, ਟੁੱਟ ਗਿਆ, ਪ੍ਰਾਣ ਖਤਮ ਹੋ ਗਏ। ਇਹ ਗੁਰੂ ਦਾ ਦਰਜਾ ਬਾਬਾ ਜੀ ਕਹਿੰਦੇ ਨੇ, ਜਿਵੇਂ ਜੀਵਨ ਲਈ ਗੁਰੂ ਲੋੜੀਂਦਾ ਹੈ ਤਿਵੇਂ ਜ਼ਿੰਦਗੀ ਲਈ ਪ੍ਰਾਣ ਵੀ ਤੇਰੇ ਗੁਰੂ ਵਾਂਗੂ ਹੀ ਨੇ ਭਲਿਆ। ਫਿਰ ਅਗਲੀ ਗੱਲ ਕਰਦੇ ਨੇ, ਪਾਣੀ ਪਿਤਾ। ਭਾਵੇਂ ਅਮੀਰ ਹੈ ਤੇ ਭਾਵੇਂ ਗਰੀਬ ਹੈ, ਪਾਣੀ ਰੱਬ ਵੱਲੋਂ ਮੁਹੱਈਆ ਕੀਤਾ ਗਿਆ, ਹਰ ਕੋਈ ਵਰਤਦਾ ਹੈ। ਨਾ ਹੋਵੇ ਤੇਰਾ ਪਿਤਾ ਦੁਨੀਆਵੀ, ਪਰ ਰੱਬ ਵੱਲੋਂ ਇਹ ਤੇਰਾ ਸਹਾਰਾ ਹੈ। ਪਾਣੀ ਹੈ, ਤੇਰੀ ਜ਼ਿੰਦਗੀ ਤੁਰੀ ਫਿਰਦੀ ਹੈ, ਪਾਣੀ ਮੁੱਕ ਜਾਏਗਾ ਤੇ ਤੇਰੇ ਜੀਵਨ ਦੇ ਅੰਦਰ ਤੈਨੂੰ ਕੁਝ ਵੀ ਪ੍ਰਾਪਤ ਹੀ ਨਹੀਂ ਹੋਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਿਚਾਰ ਬੜੇ ਸੁੰਦਰ ਤਰੀਕੇ ਨਾਲ ਸਾਨੂੰ ਸਮਝਾਏ। ਫਿਰ ਕਹਿੰਦੇ ਨੇ, ਮਾਤਾ ਧਰਤ ਮਹੱਤ। ਮਹੱਤ ਸ਼ਬਦ ਦੇ ਇੱਥੇ ਸੰਸਕ੍ਰਿਤ ਰੂਪ ਵਿੱਚ ਅਰਥ ਹੁੰਦੇ ਨੇ, ਜਿਸ ਦਾ ਆਖਰੀ ਅਰਥ ਹੁੰਦਾ ਵੱਡਾ ਜਾਂ ਵੱਡੀ। ਧਰਤੀ ਜਿਹੜੀ ਹੈ ਉਹ ਬਹੁਤ ਵੱਡੀ ਜਗਤ ਦੀ ਮਾਂ ਹੈ। ਹੁਣ ਮਾਂ ਦੀ ਵੀ ਗੱਲ ਕਰੋ, ਸੰਸਾਰ ਵਿੱਚ ਇੱਕ ਮਾਂ ਐਸੀ ਹੈ ਜਿਹੜੀ ਇਹ ਚਾਹੁੰਦੀ ਹੈ ਕਿ ਮੈਨੂੰ ਜਿਤਨੇ ਮਰਜ਼ੀ ਕਸ਼ਟ ਹੋਣ, ਪਰ ਮੇਰੀ ਔਲਾਦ ਨੂੰ ਤੱਤੀ ਵਾਹ ਨਾ ਲੱਗੇ। ਮੈਨੂੰ ਜਿਤਨਾ ਮਰਜ਼ੀ ਪਰੇਸ਼ਾਨ ਹੋਣਾ ਪਵੇ, ਪਰ ਮੇਰੀ ਔਲਾਦ, ਮੇਰੇ ਬੱਚੇ ਸੁਖੀ ਰਹਿਣ। ਉਹ ਆਪ ਭੁੱਖੇ ਭਾਣੇ ਰਹਿ ਕੇ ਬੱਚਿਆਂ ਨੂੰ ਰਜਾਉਂਦੀ ਹੈ, ਆਪ ਟਾਕੀਆਂ ਲਾ ਕੇ ਕੱਪੜੇ ਪਾਉਂਦੀ, ਪਰ ਬੱਚਿਆਂ ਨੂੰ ਰਾਜਾ ਬੇਟਾ ਬਣਾ ਕੇ ਰੱਖਦੀ ਹੈ। ਉਹ ਆਪ ਗਿੱਲੇ ਵਿੱਚ ਸੋਨਾ ਕਬੂਲ ਕਰ ਲੈਂਦੀ ਹੈ,
ਪਰ ਬੱਚਿਆਂ ਨੂੰ ਸੁੱਕੇ ਵਿੱਚ ਪਾਉਂਦੀ ਹੈ। ਜੇ ਬੱਚਾ ਦੋਨੋਂ ਹੀ ਪਾਸੇ ਗਿੱਲੇ ਕਰ ਲਵੇ ਤੇ ਮਾਂ ਗਿੱਲੇ 'ਚ ਪਈ ਰਾਤ ਗੁਜ਼ਾਰਦੀ, ਪਰ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦੀ ਹੈ, ਆਪਣੀ ਛਾਤੀ ਤੇ ਸਵਾ ਲੈਂਦੀ ਹੈ ਕਿ ਮੇਰਾ ਬੱਚਾ ਦੁਖੀ ਨਾ ਹੋਵੇ। ਧਰਤੀ ਦਾ ਕੰਮ ਕੀ ਹੈ? ਇਸ ਨੂੰ ਅਸੀਂ ਚੀਰਦੇ ਹਾਂ, ਇਸ ਦੀ ਛਾਤੀ 'ਚ ਬੀਜ ਪਾਉਂਦੇ ਹਾਂ, ਇਸ ਦੀ ਛਾਤੀ 'ਚ ਦਵਾਈਆਂ ਅੱਜ ਦੇਖੋ ਕਿੰਨੀਆਂ ਪਾਈ ਜਾ ਰਹੇ ਹਾਂ। ਪੁਰਾਣਾ ਵਕਤ ਵੀ ਸੀ, ਹਲ ਤੇ ਵਾਹਣਾ ਹੀ ਪੈਂਦਾ ਹੈ, ਪਰ ਇਹ ਬੜੀ ਖੁਸ਼ ਹੁੰਦੀ ਹੈ। ਇਹ ਜਿਤਨੇ ਦਾਣੇ ਬੰਦਾ ਪਾਉਂਦਾ ਕਈ ਗੁਣੇ ਵਧਾ ਕੇ ਦਿੰਦੀ ਵੀ ਮੇਰਾ ਇਹ ਬੱਚਾ ਸੁਖੀ ਰਵੇ। ਔਰ ਸਾਰਿਆਂ ਲਈ ਹੈ। ਕਿਸੇ ਦੀ ਮਾਂ ਜਨਮ ਦੇ ਕੇ ਚਲੀ ਜਾਂਦੀ ਹੈ, ਪਰ ਇਹ ਧਰਤੀ ਮਾਂ ਉਹਨਾਂ ਨੂੰ ਵੀ ਪਾਲਦੀ ਜਿਹੜੇ ਇਸ ਦੇ ਉੱਤੇ ਗੰਦਗੀ ਫੈਲਾਉਂਦੇ ਹੈ। ਇਹ ਮਾਂ ਉਹਨਾਂ ਨੂੰ ਵੀ ਪਾਲਦੀ ਹੈ ਜਿਹੜੇ ਅੱਜ ਦੇਖੋ, ਅੱਜ ਸਮਝਣਾ ਸੌਖਾ ਹੈ, ਅੱਜ ਆ ਬਨਸਪਤੀ ਵੱਢੀ ਜਾ ਰਹੇ ਹਾਂ, ਪੇੜ ਪੌਦੇ ਖਤਮ ਕਰ ਲਏ, ਗ੍ਰੀਨਰੀ ਮੁੱਕ ਗਈ, ਪੋਲੂਸ਼ਨ ਵੱਧ ਗਿਆ। ਸਾਡੇ ਆਪਣੇ ਕਰਮ ਨੇ ਨਾ, ਅਸੀਂ ਇਸ ਮਾਂ ਦੇ ਆਂਚਲ ਨੂੰ ਵੀ ਲੀਰੋ ਲੀਰ ਕਰ ਦਿੱਤਾ ਹੈ। ਲੇਕਿਨ ਕਮਾਲ ਦੀ ਧਰਤੀ ਮਾਂ ਹੈ ਜਿਹੜੀ ਕਦੇ ਇੱਕ ਵੀ ਆਵਾਜ਼ ਨਹੀਂ ਮਾਰਦੀ ਵੀ ਪੁੱਤ ਨਾ ਕਰ। ਤੇ ਕਹਿੰਦੇ ਨੇ ਜ਼ਰੂਰੀ ਨਹੀਂ ਕਿ ਤੈਨੂੰ ਦੁਨੀਆ ਦੇ ਵਿੱਚ ਲਿਆਉਣ ਵਾਲੀ ਉਹ ਮਾਂ ਜਿਸ ਨੇ 9 ਮਹੀਨੇ ਤੈਨੂੰ ਕੁੱਖ ਵਿੱਚ ਸੰਭਾਲਿਆ, ਉਹ ਤੈਨੂੰ ਛਾਤੀ ਨਾਲ ਲਾ ਕੇ ਪਾਲੇ ਪੋਸੇ ਲਾਡ ਲਡਾਏ, ਪਰ ਰੱਬ ਵੱਲੋਂ ਹਰ ਬੰਦੇ ਲਈ ਗਰੀਬ ਹੋਵੇ ਅਮੀਰ ਹੋਵੇ, ਇਸ ਧਰਤੀ ਰੂਪ ਮਾਂ ਦੀ ਦਾਤ ਤੈਨੂੰ ਬਖਸ਼ੀ ਗਈ ਹੈ। ਇਹ ਕਿਹੜੇ ਰੱਬ ਦੀ ਗੱਲ ਕਰਦੇ? ਜਿਹੜਾ ਮੂਲ ਮੰਤਰ ਦੇ ਵਿੱਚ ਹੈ, ਜਿਹੜਾ ਇੱਕ ਹੈ, ਸੱਚਾ ਹੈ, ਸਦੀਵ ਹੋਂਦ ਵਾਲਾ ਹੈ, ਸਭ ਕੁਝ ਬਣਾਉਣ ਵਾਲਾ ਤੇ ਵਿੱਚ ਰਮਿਆ ਹੋਇਆ ਕਰਤਾ ਪੁਰਖ ਹੈ, ਜਿਹੜਾ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ, ਜਿਹੜਾ ਉਸ ਹਸਤੀ ਦਾ ਮਾਲਕ ਹੈ ਜਿਸ ਤੇ ਕਾਲ ਦਾ ਪ੍ਰਭਾਵ ਨਹੀਂ, ਅਕਾਲ ਮੂਰਤ ਹੈ। ਉਹ ਜੂਨਾਂ ਵਿੱਚ ਨਹੀਂ ਆਂਦਾ, ਉਹ ਆਪਣੇ ਆਪ ਤੋਂ ਪੈਦਾ ਹੋਇਆ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਉਸ ਪਰਮੇਸ਼ਰ ਦੀ ਦਾਤ ਹੈ ਇਹ ਸਾਰਾ ਕੁਝ। ਇਹ ਅਕਾਲ ਪੁਰਖ ਦੀ ਬਰਕਤ ਹੈ ਗੁਰੂ ਪਿਆਰ ਵਾਲਿਓ। ਇਹ ਉਸ ਦੀ ਸਭ ਤੋਂ ਵੱਡੀ ਨਿਆਮਤ ਹੈ ਜਿਸ ਨੂੰ ਅੱਜ ਅਸੀਂ ਜਾਣਨਾ ਨਹੀਂ ਚਾਹੁੰਦੇ, ਕਿਉਂਕਿ ਸਾਡੀ ਸੋਚ ਕਿਸੇ ਹੋਰ ਪਾਸੇ ਹੈ। ਅਸੀਂ ਉਸ ਪਾਸੇ ਤੁਰੇ ਹਾਂ ਜਿਹੜਾ ਰੋਜ਼ ਬਚਨ ਆਪਾਂ ਪੜ੍ਹਦੇ ਹਾਂ, ਜੋ ਛੱਡਣਾ ਸੋ ਅਸਥਿਰ ਕਰ ਮਨ ਹੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਹੁਣ ਲੋਕ ਕਹਿੰਦੇ ਜੀ ਰੱਬ ਨੂੰ ਕਿਵੇਂ ਜਪਣਾ, ਰੱਬ ਨੂੰ ਕਿਉਂ ਜਪਣਾ? ਤੇ ਬਾਬਾ ਨਾਨਕ ਜੀ ਸਮਝਾ ਰਹੇ ਨੇ, ਹਰ ਵੇਲੇ ਤੇਰੇ ਨਾਲ ਰੱਬ ਨੇ ਇੱਕ ਪਰਿਵਾਰ ਬਣਾ ਕੇ ਤੈਨੂੰ ਬਖਸ਼ਿਸ਼ ਕੀਤਾ ਹੋਇਆ ਹੈ। ਹਰ ਵਕਤ ਨਿਰੰਕਾਰ ਨੇ ਤੈਨੂੰ ਧਰਤੀ ਰੂਪ ਮਾਂ, ਤੈਨੂੰ ਪਾਣੀ ਰੂਪ ਪਿਤਾ ਤੇ ਤੈਨੂੰ ਸਵਾਸ ਰੂਪ ਗੁਰੂ ਦੀ ਦਾਤ ਦਿੱਤੀ ਹੋਈ ਹੈ। ਸ਼ੁਕਰ ਕਰਿਆ ਕਰ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਕਈ ਬੱਚੇ ਬੜੇ ਕਾਮਯਾਬ ਜਦੋਂ ਹੁੰਦੇ ਨੇ, ਅੱਜ ਵੈਸੇ ਖਿਮਾ ਕਰਿਓ ਮੈਂ ਇੱਕ ਸਮਾਜਿਕ ਗੱਲ ਨਾਲ ਕਰਦੇ ਹਾਂ, ਜਿਹੜੇ ਕਾਮਯਾਬੀ ਵੱਲ ਚੱਲਦੇ ਨੇ ਉਹ ਤਕਰੀਬਨ ਫਰਜ਼ਾਂ ਤੋਂ ਤੇ ਜ਼ਿੰਮੇਵਾਰੀਆਂ ਤੋਂ ਇੱਥੋਂ ਤੱਕ ਕਿ ਮਾਤਾ ਪਿਤਾ ਨੂੰ ਕਈ ਸਿਆਣ ਨੂੰ ਹੀ ਹਟ ਜਾਂਦੇ ਨੇ, ਅਸੀਂ ਵੱਡੇ ਹੋ ਗਏ। ਲੇਕਿਨ ਜਿਹੜੇ ਕਾਬਲ ਤੇ ਸਿਆਣੇ ਬੱਚੇ ਨੇ, ਜਿਹੜੇ ਜੁੜੇ ਹੋਏ ਬੱਚੇ ਨੇ ਆਪਣੇ ਬਜ਼ੁਰਗਾਂ ਨਾਲ, ਆਪਣੇ ਸਿਧਾਂਤ ਨਾਲ, ਉਹ ਕਹਿੰਦੇ ਨੇ ਮੇਰੇ ਮਾਤਾ ਪਿਤਾ ਦੀ ਮੇਰੇ ਤੇ ਕਿਰਪਾ ਹੋਈ, ਉਹਨਾਂ ਨੇ ਮੈਨੂੰ ਚੰਗੇ ਗੁਰੂ ਉਸਤਾਦ ਨਾਲ ਜੋੜਿਆ, ਮੈਨੂੰ ਸਹੀ ਤਰੀਕੇ ਪੜ੍ਹਾਇਆ, ਅੱਜ ਮੈਂ ਕਿਸੇ ਮੁਕਾਮ ਤੇ ਹਾਂ, ਇਹ ਸਭ ਉਹਨਾਂ ਦੀ ਮਿਹਨਤ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਸ਼ੁਕਰ ਕਰਿਆ ਕਰ। ਖਾਲੀ ਗੁਰੂ ਨਹੀਂ, ਤੈਨੂੰ ਹਰ ਵਕਤ ਸਹਾਰਾ ਦੇਣ ਵਾਲੀ ਧਰਤੀ, ਹਰ ਵਕਤ ਤੈਨੂੰ ਜੀਵਨ ਵਿੱਚ ਚਲਾਉਣ ਵਾਲਾ ਪਾਣੀ। ਸਰੀਰ ਵਿੱਚ ਪਾਣੀ ਮੁੱਕ ਜਾਏ, ਪਹਿਲੀ ਗੱਲ ਤੇ ਜੇ ਬਣਤਰ ਹੀ ਸਾਡੀ ਮੁੱਕ ਜਾਂਦੀ ਹੈ। ਮਾਂ ਦੇ ਗਰਭ ਵਿੱਚ ਅਗਰ ਪਾਣੀ ਦੀ ਹੋਂਦ ਘਟ ਜਾਏ ਤੇ ਬੱਚੇ ਦੀ ਬਣਤਰ ਮੁੱਕਦੀ ਹੈ, ਬੱਚਾ ਸੁੱਕਦਾ ਹੈ, ਮਰ ਜਾਂਦਾ ਹੈ, ਜਨਮ ਨਹੀਂ ਲੈ ਸਕਦਾ। ਪਾਣੀ ਦੇ ਵਿੱਚ ਹੀ ਹੈ, ਇੱਕ ਮਿਆਰ ਹੈ, ਇੱਕ ਲਿਮਿਟ ਹੈ, ਇੱਕ ਦਾਇਰਾ ਹੈ। ਉਸ ਤੋਂ ਵੱਧ ਜਾਏਗਾ ਤਾਂ ਵੀ ਖਤਰਾ ਹੈ, ਘਟ ਜਾਏਗਾ ਤਾਂ ਵੀ ਖਤਰਾ ਹੈ। ਇਸ ਕਰਕੇ ਕਹਿੰਦੇ ਨੇ ਤੇਰੀ ਜ਼ਿੰਦਗੀ ਵਿੱਚ ਗੁਰੂ ਦੀ ਹੋਂਦ ਲੋੜੀਂਦੀ ਹੈ, ਜਿਵੇਂ ਜੀਵਨ ਲਈ ਪਾਣੀ ਦੀ ਤੈਨੂੰ ਲੋੜ ਹੈ।
ਫਿਰ ਬਾਬਾ ਜੀ ਅੱਗੇ ਕਹਿੰਦੇ ਨੇ, ਦਿਵਸ ਰਾਤ ਦੋਏ ਦਾਈ ਦਾਇਆ। ਇਹ ਜਿਹੜਾ ਦਿਨ ਅਤੇ ਰਾਤ ਹੈ, ਇਹ ਦਾਈ ਤੇ ਦਾਇਆ ਨੇ। ਦਾਈ ਕਹਿੰਦੇ ਨੇ ਖਿਡਾਵੀ ਤੇ ਦਾਇਆ ਕਹਿੰਦੇ ਖਿਡਾਵਾ। ਦਿਨ ਦੇ ਵਿੱਚ ਤੈਨੂੰ ਕੰਮਕਾਰ ਦੇ ਰੂਪ ਵਿੱਚ ਥਾਂ ਪਰ ਥਾਂ ਜਾਣਾ ਪੈਂਦਾ ਹੈ। ਦਿਨ ਚੜ੍ਹਦਾ ਤੂੰ ਕੰਮਕਾਰ ਲਈ ਬਾਹਰ ਨਿਕਲਦਾ। ਪਰਮੇਸ਼ਰ ਦੇ ਵੱਲੋਂ ਤੈਨੂੰ ਇੱਕ ਛਿਡਾਵਾ ਦਿੱਤਾ ਹੋਇਆ ਹੈ, ਤੂੰ ਸਾਰਾ ਦਿਨ ਉਸ ਦੀ ਉਂਗਲ ਫੜ ਕੇ ਫਿਰਦਾ ਦਿਨ ਦੇ ਵਿੱਚ। ਜਦੋਂ ਰਾਤ ਪੈਂਦੀ ਹੈ ਤੇ ਦਾਈ ਦਾ ਕੰਮ ਆ ਜਾਂਦਾ ਹੈ। ਦਾਈ ਤੈਨੂੰ ਆਪਣੀ ਗੋਦ ਵਿੱਚ ਲੈ ਕੇ ਆਪਣੇ ਨਾਲ ਸਵਾ ਲੈਂਦੀ ਹੈ। ਰਾਤ ਉਹ ਖਿਡਾਵੀ ਹੈ। ਔਰ ਜਿੰਨੇ ਆਪਾਂ ਬੈਠੇ ਹਾਂ, ਜ਼ਰੂਰੀ ਨਹੀਂ ਕਿ ਸਾਰਿਆਂ ਦੀ ਸੰਭਾਲ ਲਈ ਦਾਈ ਤੇ ਦਾਏ ਦਾ ਇੰਤਜ਼ਾਮ ਹੋਇਆ ਹੋਵੇ, ਪਰ ਰੱਬ ਨੇ ਕੀਤਾ ਹੋਇਆ, ਪਰਮੇਸ਼ਰ ਨੇ ਕੀਤਾ ਹੋਇਆ। ਦਾਈ ਤੇ ਦਾਇਆ, ਰਾਤ ਤੇ ਦਿਨ, ਇਸ ਦੇ ਵਿੱਚ ਹੀ ਸਾਰਾ ਜਗਤ ਖੇਲੈ ਸਗਲ ਜਗਤ। ਕੋਈ ਗਰੀਬ ਹੈ, ਕੋਈ ਅਮੀਰ ਹੈ, ਰੱਬ ਦੀ ਇਸ ਬਣਤਰ ਵਿੱਚ, ਇਸ ਦਾਈ ਦਾਏ ਦੀ ਹੋਂਦ ਵਿੱਚ ਉਹ ਆਪਣੇ ਵਜੂਦ ਨੂੰ ਜੋੜ ਕੇ ਰੱਖਦਾ, ਉਹ ਖੇਡ ਰਿਹਾ ਹੈ। ਸਤ ਸੰਗਤ, ਸਵਾਲ ਸੀ ਵੀ ਗੁਰੂ ਕਿਉਂ ਕਹਿੰਦਾ ਜਪ? ਗੁਰੂ ਇਸ ਲਈ ਕਹਿੰਦਾ ਜਪ। ਸਵਾਲ ਕਰਦੇ ਆ ਨਾਮ ਕਿਉਂ ਜਪਣਾ ਹੈ? ਗੁਰੂ ਸਾਹਿਬ ਕਹਿੰਦੇ ਇਸ ਲਈ ਜਪਣਾ ਹੈ ਕਿ ਉਸ ਨੇ ਸਭ ਇੰਤਜ਼ਾਮ ਤੇਰੇ ਲਈ ਆਪ ਕੀਤਾ ਹੈ। ਥੈਂਕਸ ਕਰਿਆ ਕਰ, ਹਰ ਵੇਲੇ ਸ਼ੁਕਰ ਕਰਿਆ ਕਰ। ਮੈਂ ਬੜੀ ਵਾਰੀ ਬੇਨਤੀ ਕਰਦਾ ਵੀ ਜਿਹੜਾ ਸਾਨੂੰ ਨਾਮ ਦਿੱਤਾ ਹੈ ਨਾ ਬਾਬਾ ਜੀ ਨੇ, ਅਸੀਂ ਖਾਲੀ ਨਾਮ ਨੂੰ ਹੀ ਜਪਣ ਤੇ ਅੜ ਗਏ ਹਾਂ, ਕਿਤੇ ਇਹ ਪੜਤਾਲ ਨਹੀਂ ਕਰਦੇ ਕਿ ਇਹ ਅੱਖਰ ਕਿਸ ਤਰ੍ਹਾਂ ਸੋਹਣਾ ਮੇਰੇ ਦਾਤੇ ਨੇ ਦਿੱਤਾ ਹੈ। ਵਾਹ ਗੁਰੂ, ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਹਿੰਦੀ 'ਚ ਸੰਗਿਆ ਕਹਿੰਦੇ ਆ, ਅੰਗਰੇਜ਼ੀ 'ਚ ਨਾਉਨ ਕਹਿੰਦੇ ਆ, ਤੇ ਪੰਜਾਬੀ 'ਚ ਗੁਰਮੁਖੀ 'ਚ ਨਾਉ। ਉਸ ਨਾਉ ਦੇ ਵਿੱਚ ਇੱਕ ਪੰਜਵਾਂ ਪ੍ਰਕਾਰ ਹੁੰਦਾ ਜਿਹੜਾ ਹੈ ਭਾਵਵਾਚਕ ਨਾਉ। ਜਿਹੜਾ ਭਾਵਵਾਚਕ ਨਾਮ ਹੈ ਨਾ, ਉਹ ਬਨਾਵਟੀ ਨਹੀਂ ਕਦੇ ਹੋ ਸਕਦਾ, ਕਿਉਂਕਿ ਭਾਵ ਕਿੱਥੋਂ ਪ੍ਰਗਟ ਹੁੰਦਾ? ਬਹੁਤ ਗਮ ਹੈ, ਅੰਦਰ ਦਰਦ ਹੈ, ਦੁੱਖ ਹੈ, ਤੇ ਬੰਦੇ ਦੇ ਮੁੱਖੋਂ ਇੱਕ ਬੋਲ ਨਿਕਲਦਾ ਹਾਏ। ਤੇ ਜਦੋਂ ਬਹੁਤ ਖੁਸ਼ ਹੈ, ਪ੍ਰਸੰਨ ਹੈ, ਤੇ ਆਪ ਮੁਹਾਰੇ ਨਿਕਲਦਾ ਵਾਹ। ਆਪ ਮੁਹਾਰੇ ਜਿਸ ਦਿਨ ਗੁਰੂ ਵਾਸਤੇ ਇਹ ਬਰਕਤ, ਗੁਰੂ ਦੇ ਗਿਆਨ ਰਾਹੀਂ ਰੱਬੀ ਕਿਰਪਾ ਦੇਖਾਂਗੇ ਨਾ ਜਗਤ ਵਿੱਚ, ਫਿਰ ਸਾਡੇ ਅੰਦਰੋਂ ਆਪ ਮੁਹਾਰੇ ਨਿਕਲੇਗਾ ਵਾਹਿਗੁਰੂ ਤੇਰਾ ਸਭ ਸਦਕਾ। ਫਿਰ ਆਪ ਅੰਦਰੋਂ ਨਿਕਲੇਗਾ ਵਾਹ ਵਾਹ ਕਾ ਵੱਡਾ ਤਮਾਸ਼ਾ। ਫਿਰ ਆਪ ਮੁਹਾਰੇ ਅੰਦਰੋਂ ਪ੍ਰਗਟ ਹੋਏਗਾ ਅੱਖਰ ਵਾਹਿਗੁਰੂ ਤੇਰੀ ਸਭ ਰਚਨਾ। ਵਾਹਿਗੁਰੂ ਤੇਰੀ ਸਭ ਰਚਨਾ। ਇਹ ਕੀਆ ਖੇਲ ਬੜ ਮੇਲ ਤਮਾਸ਼ਾ। ਇਹ ਸਾਰਾ ਤਮਾਸ਼ਾ ਤੁਹਾਡਾ ਹੀ ਤੇ ਰਚਿਆ, ਅਸੀਂ ਤੇ ਖੇਡ ਰਹੇ ਹਾਂ। ਤੇ ਸਾਨੂੰ ਖੇਡਦਿਆਂ ਨੂੰ ਕੱਲਾ ਨਹੀਂ ਤੁਸੀਂ ਛੱਡਦੇ। ਦਾਈ ਦਾਇਆ ਦਿਨ ਤੇ ਰਾਤ ਹੈ, ਔਰ ਜੇ ਲਗਾਤਾਰ ਦਿਨ ਹੋਵੇ ਤੇ ਕਿਆ ਬਣੇ? ਲਗਾਤਾਰ ਰਾਤ ਹੀ ਰਹਿ ਜਾਏ ਤਾਂ ਕੀ ਹੋਏਗਾ? ਕਦੇ ਸੋਚਿਆ? ਇੱਥੇ ਅਕਾਲ ਪੁਰਖ ਦੀ ਬਣਤਰ ਕਿੰਨੀ ਸੋਹਣੀ। ਇਹ ਸਭ ਸਾਡੇ ਵਾਸਤੇ ਕੁਦਰਤ ਜਿਹੜੀ ਹੈ, ਇਹ ਕਾਦਰ ਨੇ ਆਪਣੇ ਜੀਵਾਂ ਦੀ ਮਦਦ ਵਾਸਤੇ ਤਿਆਰ ਕੀਤੀ ਹੈ। ਤੇ ਅਸੀਂ ਕੁਦਰਤ ਨਾਲ ਜੁੜ ਗਏ, ਕਾਦਰ ਭੁੱਲ ਗਿਆ। ਦਾਤ ਪਿਆਰੀ ਹੋ ਗਈ, ਦਾਤਾ ਭੁੱਲ ਗਿਆ। ਸਾਨੂੰ ਯਾਦ ਹੀ ਨਹੀਂ ਰਹਿੰਦਾ ਦਿਨ ਰਾਤ। ਜੋ ਹੁਕਮ ਹੈ ਭਾਵੇਂ ਦਿਨ ਰਾਤੀ ਜਿਨ ਬਣਾਈਆਂ, ਜਿਸ ਨੇ ਦਿਨ ਰਾਤ ਬਣਾਇਆ ਭਲਿਆ ਉਸ ਦਾ ਸ਼ੁਕਰਾਨਾ ਕਰਿਆ ਕਰ। ਵਾਹਿਗੁਰੂ ਕਿਉਂ ਕਹਿਣਾ ਹੈ? ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਹੁਣ ਜ਼ਮੀਨ ਰੂਪ ਦੇਖੋ, ਇੱਥੇ ਬਚਨ ਆਇਆ ਮਾਤਾ, ਧਰਤੀ ਮਾਤਾ ਹੈ, ਸਾਨੂੰ ਰਿਜ਼ਕ ਉਸ ਦੇ ਰਾਹੀਂ ਮਿਲਦਾ ਹੈ। ਔਰ ਇਹ ਕੋਈ ਇੱਕ ਗੱਲ ਉਦਾਹਰਣ ਨਹੀਂ ਹੈ, ਮਾਂ ਦੇ ਗਰਭ ਵਿੱਚ ਵੀ ਸਾਨੂੰ ਜਿਹੜੇ ਜੀਵਨ ਦੀ ਜ਼ਰੂਰਤ ਹੈ, ਜਿਤਨੀ ਸਾਡੀ ਸਰੀਰ ਦੀ ਬਣਤਰ ਨੂੰ ਐਨਰਜੀ ਦੀ ਲੋੜ ਹੈ, ਉਹ ਮਾਂ ਦੇ ਰਾਹੀਂ ਸਾਡੇ ਵਿੱਚ ਅੰਦਰ ਪ੍ਰਵੇਸ਼ ਕਰਦੀ ਹੈ। ਉਹ ਮਾਂ ਦੇ ਰਾਹੀਂ ਸਾਡੇ ਤੱਕ ਪਹੁੰਚਦੀ। ਨਾ ਉਦੋਂ ਸਾਡੇ ਦੰਦ ਨੇ, ਨਾ ਸਾਡਾ ਮੂੰਹ ਚੱਲਦਾ ਹੈ, ਨਾ ਅਸੀਂ ਮੂੰਹ ਰਾਹੀਂ ਖਾ ਸਕਦੇ ਹਾਂ, ਨਾ ਕੋਈ ਉੱਥੇ ਖਵਾ ਸਕਦਾ ਹੈ। ਇਹ ਤੇ ਕਰਤੇ ਨੇ ਮਾਂ ਦੇ ਨਾਲ ਸਾਡੀ ਨਾੜੂ ਨੂੰ ਜੋੜਿਆ। ਜੋ ਮਾਂ ਖਾਂਦੀ ਹੈ ਉਸ ਦੇ ਰਾਹੀਂ ਉਹ ਸਾਡੇ ਤੱਕ ਪਹੁੰਚਦਾ, ਸਾਡੀ ਬਣਤਰ, ਸਾਡਾ ਵਿਕਾਸ ਹੁੰਦਾ ਹੈ।
लेकिन जदों असीं दुनिया विच जन्म लै लिया, जिहड़ा गुरु नाल जुड़िया है, जिहड़ा सिद्धांत नाल जुड़िया है, जिहड़ा रब नूं याद करदा है, ते साध संगत जी बचन है, जिन जियो दिया सो रिजक अमरावै, सब घट भीतर हाथ चलावै, कर बंदगी छाड़ मैं मेरा, हिरदय नाम समार सवेरा। तेरा मुकम्मल इंतजाम रब ने जन्म तो पहला दा कीता होया है। ये सब इंतजामात ने, ये सारा कुछ इस विच विचरदियां चेते करिया कर, याद करिया कर। फिर बचन है चंगियाइयां बुरियाइयां। हुण रब जी ने एक तरतीब दी, रब जी ने एक ऐसा तैयार तैनू परिवार दिता है। हुण तू करना की है, चंगा करना है कि मंदा करना है, तू अच्छा करना है कि माड़ा करना है, ये हुण तेरे उत्ते है। समानियत है। बतौरे उदाहरण सांझ करा, बीबियां भैणां बैठियां हैं, दूर दुराडे भी तुसीं सुन रहे हो। जदों बच्चियां दा कोई होम साइंस वगैरह कोई बच्ची पढ़ती है, कोई कुकिंग का कोर्स करती है, उन्हां सारिया बच्चियां नूं एक नियत टाइम ते इक्को जी रसद दे दी जाती है, इस समय विच तुसीं ये चीज़ बना के खुआओ, तुहाडा प्रैक्टिकल है। हुण वो बच्चियां अपने नियत समय विच अपने वल्लों पूरा जोर लाउंदियां, लेकिन जिस बच्ची ने बहुत समा लगा के वो काम सीखिया हुंदा है, वो बहुत स्वाद चीज़ बना के पेश करती है। कईयां ने पहली बार ही खोलिया हुंदा है गैस, कईयां ने कोई चीज़ पहली बार वेखी होंदी है, उसनों नहीं समझ आती। किसी का कुछ खाना कच्चा है, किसी का बहुता सड़ गया है, किसी का लूण वध गया, किसी की मिर्च वध गई, लेकिन शाबाश उसनों मिलती है जिसने बहुत लंबे समय तो इस विच अपने आप को जोड़िया होया है, ਜਿਹੜੀ उस हुनर नूं जाणदी है। ते गुरदेव भी कहते ने, धरती भी तैनूं दिती, दाई दाया दिते ने, माता पिता सब तेरे कोल ने, तू हुण ये दस भी चंगा कीता कि मंदा कीता। हुण एक दिन विच ते रब नहीं ना बनिया जाना, एक विच भगत दिन विच नहीं बनिया जाता, एक दिन विच पूरन सिख भी नहीं बनिया जाता। सिखी सिखिया गुर विचार। तू सिख बनना चाहुंदा है ते गुरु की सिक्ख्या दे उत्ते, गुरु के ज्ञान दे उत्ते, गुरु के विचार दे उत्ते अपने आप को जोड़ लै, तू सिख बनेगा, तेरे अंदर सिक्खी प्रवेश करेगी। इस करके कहते ने चंगियाइयां ते बुरियाइयां, तेरे चंगे कर्म ते मंदे कर्म, वाचै धर्म हदूर। धर्मराज ने या उन्हां लेखा करन वालियां ने रब दे सन्मुख तेरी पड़ताल करनी है। ताइयों ते बाबा जी ने जिक्र किया, क्या तै खटिया कहाँ गवाया। तू गवा के की आया ते खट के की ले आया है, तू चंगा बीजे है कि मंदा बीजे है, ये पड़ताल होनी है, उत्थे लेखा होना है। पर एक गल याद रखना, बंदा दोष दवे रब नूं कि मैं ते जी जतन चंगा किया, बाबा जी कहते बिल्कुल नहीं। दद्दै दोष न देओ किसे, दोष कर्म आपने आ, जो मैं किया सो मैं पाया, दोष न दीजै अवर जना। इत्थे ते बंदे दी आपो अपनी करनी है, आपो अपने कर्म ने जो बोवै सो खात है, जैसा बीजै सो लूणै, कर्मा संदड़ा खेत। ऐ कर करे सो ऐ कर पाए। कहते ने इत्थे कोई तेरे नाल मतरेया व्यवहार नहीं करता। और एक बेनती करदे हां, संसार दे अंदर खाली हिंदुस्तान की गल नहीं, संसार भर विच अज हर सिस्टम बिकदा नज़र आ रहा है, भावें वो राजनीतिक पहलू है, समाजक पक्ष है, इतों तक अज ते देखो धर्म भी विकाई विकन ते लगे पे है। थोड़े थोड़े चंद सिक्कियां, चंद लालच पिछे बंदा धर्म बदल लैंदा है। इसका मतलब है खरीद फरोख भी जिहड़ी चीज़ है उसका मुल पै गया, बिक गई हो। इको दरबार है सच दा, रब दा, गुरु दा।
ਜਿੱਥੇ ਪੈਸੇ ਦੇ ਕੇ, ਲਾਲਚ ਦੇ ਕੇ ਤੁਸੀਂ ਨਿਆਂ ਨਹੀਂ ਬਦਲ ਸਕਦੇ। ਉੱਥੇ ਜੋ ਕੀਤਾ ਉਹ ਭੋਗਣਾ ਹੀ ਪੈਣਾ ਹੈ। ਔਰ ਭੋਗਣ ਵਿੱਚ ਵੀ ਇੱਕ ਗੱਲ ਯਾਦ ਰੱਖਿਓ, ਇੱਥੇ ਤੇ ਰੇਟ, ਕੀਮਤ, ਮੁੱਲ ਅਲੱਗ ਅਲੱਗ ਪੈਂਦਾ ਹੈ। ਮਾਰਕਿੰਗ ਹੁੰਦੀ ਹੈ ਨਾ, ਨੰਬਰਿੰਗ ਹੋਏਗੀ, ਨੰਬਰ ਦਿੱਤੇ ਜਾਣਗੇ, ਇਹ ਇਤਨੇ ਪਰਸੈਂਟ ਹੈ, ਇਸ ਵਿੱਚ ਇਤਨੇ ਪਰਸੈਂਟ ਖੋਟ ਹੈ, ਕੋਈ 60-40 ਹੈ, ਕੋਈ 30-70 ਹੈ, ਕੋਈ 50-50 ਹੈ। ਅਲੱਗ ਅਲੱਗ ਮਿਆਰ ਤੇ ਅਲੱਗ ਅਲੱਗ ਕੀਮਤ ਪਾਈ ਜਾ ਸਕਦੀ ਹੈ। ਰੱਬ ਦੇ ਘਰ ਵਿੱਚ ਦੋ ਹੀ ਗੱਲਾਂ ਨੇ, ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਆਂ ਬਾਰ-ਬਾਰ। ਵਿੱਚ ਦਾ ਤੇ ਗੁਰੂ ਨੇ ਸਿਸਟਮ ਹੀ ਨਹੀਂ ਰੱਖਿਆ। ਪਰਮੇਸ਼ਰ ਦੇ ਦਰਬਾਰ ਵਿੱਚ ਖਰੇ ਔਰ ਖੋਟੇ ਦੀ ਗੱਲ ਹੈ। ਬਸ ਖਰਾ ਹੈ ਤੇ ਦਾਤੇ ਨੇ ਆਪਣੇ ਕੋਲ ਅਭੇਦ ਕਰ ਲੈਣਾ ਹੈ, ਜੇ ਖੋਟਾ ਹੈ ਤੇ ਫਿਰ ਬਾਜ਼ਾਰ ਵਿੱਚ ਹੀ ਚੱਲੇਗਾ, ਸੁੱਟ ਦਿੱਤਾ ਜਾਏਗਾ। ਕਦੇ ਕੋਈ ਜੂਨ ਹੈ ਤੇ ਕਦੇ ਕੋਈ ਜਨਮ ਹੈ। ਇਸ ਕਰਕੇ ਕਹਿੰਦੇ ਕਰਮੀ ਤੇਰੀ ਹੋਏਗੀ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਉੱਥੇ ਸੱਚ ਦੇ ਸਾਹਮਣੇ ਨਿਰਣਾ ਹੋਣਾ ਹੈ। ਇੱਥੇ ਮੈਂ ਵਿਚਾਰ ਰੋਕ ਕੇ ਬਾਬਾ ਕਬੀਰ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਜੀਵਨ ਵਿੱਚੋਂ ਕੋਈ ਗੱਲ ਇੱਥੇ ਜੋੜਨ ਦੀ ਕੋਸ਼ਿਸ਼ ਕਰਾਂ। ਦੇਖੋ, ਸ਼੍ਰੋਮਣੀ ਭਗਤ ਨੇ ਬਾਬਾ ਕਬੀਰ ਸਾਹਿਬ। ਕੋਈ ਖਾਸ ਇਤਿਹਾਸ ਦੇ ਵਿੱਚ ਬਾਬਾ ਕਬੀਰ ਸਾਹਿਬ ਦੇ ਜਨਮ ਬਾਰੇ ਇੱਕ ਨਿਰਣਾ ਨਹੀਂ ਮਿਲਦਾ। ਅਲੱਗ ਅਲੱਗ ਵਿਦਵਾਨਾਂ ਦੀ ਅਲੱਗ ਅਲੱਗ ਰਾਏ ਹੈ। ਲੇਕਿਨ ਇਹ ਸਭ ਕੁਝ ਦੇ ਵਿੱਚ ਸਾਡੇ ਤੱਕ ਜਿਹੜੀ ਗੁਰੂ ਬਾਬਾ ਜੀ ਨੇ ਗੱਲ ਬਾਬਾ ਕਬੀਰ ਬਾਰੇ ਦੱਸਣਾ ਕੀਤੀ ਹੈ, ਉਹ ਬਾਣੀ ਦੇ ਵਿੱਚ ਹੈ ਕਿ ਭਾਵੇਂ ਜਨਮ, ਭਾਵੇਂ ਜੀਵਨ ਕਿਸੇ ਤਰ੍ਹਾਂ ਦਾ ਵੀ ਰਿਹਾ ਹੈ, ਪਰ ਬਾਬਾ ਕਬੀਰ ਆਪ ਬੜੇ ਨਿਰਮਲ, ਪਾਕ, ਅੱਲਾ ਦੀ, ਰੱਬ ਦੀ ਬੰਦਗੀ ਕਰਨ ਵਾਲੇ ਪਵਿੱਤਰ ਆਤਮਾ ਸਨ। ਜਿਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਕਲਾਮ ਨੂੰ ਇਕੱਠਾ ਕੀਤਾ। ਤੇ ਅੱਜ ਅਸੀਂ ਜਦੋਂ ਬਾਬਾ ਨਾਨਕ ਜੀ ਦੇ ਗਿਆਨ ਨੂੰ ਮੱਥਾ ਟੇਕਦੇ ਆ, ਉੱਥੇ ਬਾਬਾ ਕਬੀਰ ਸਾਹਿਬ ਨੂੰ ਵੀ ਸਿਜਦਾ ਨਾਲ ਕਰਦੇ ਆ। ਬਾਬਾ ਕਬੀਰ ਸਾਹਿਬ ਦਾ ਜਨਮ ਜਿਸ ਨੂੰ ਅੱਜ ਅਸੀਂ ਯਾਦ ਕਰਨ ਲੱਗੇ ਆ ਦਿਨ ਨੂੰ, ਉਹ ਵੈਸੇ ਜੇਠ ਦੇ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ। ਤੇ ਜੇ ਅਸੀਂ ਬਿਕਰਮੀ ਸੰਮਤ ਦੇ ਮੁਤਾਬਕ ਦੇਖੀਏ ਤੇ ਉਸ ਤਰੀਕੇ ਦੇ ਨਾਲ 1455 ਸੰਮਤ ਹੈ ਤੇ ਈਸਵੀ ਸਨ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਮਹੀਨਾ ਜੂਨ ਦਾ ਹੈ ਤੇ 1398 ਈਸਵੀ ਨੂੰ ਬਾਬਾ ਕਬੀਰ ਸਾਹਿਬ ਦਾ ਜਨਮ ਜਿਹੜਾ ਉਹ ਬਨਾਰਸ ਦੇ ਵਿੱਚ ਹੁੰਦਾ ਹੈ ਜਾਂ ਨੇੜੇ ਤੇੜੇ ਹੁੰਦਾ, ਕਿਉਂਕਿ ਮੈਂ ਪਹਿਲਾਂ ਅਰਜ਼ ਕੀਤੀ ਹੈ ਉਹਨਾਂ ਦੇ ਬਾਰੇ ਕੋਈ ਖਾਸ ਇਤਿਹਾਸ ਦੇ ਵਿੱਚ ਪੱਕੇ ਰੂਪ ਵਿੱਚ ਪ੍ਰੂਫ ਨਹੀਂ ਹਨ। ਬਸ ਉਹਨਾਂ ਦੀ ਬਾਣੀ ਅਤੇ ਕੁਝ ਮੈਕਾਲਿਫ ਵਗੈਰਾ ਦੀਆਂ ਲਿਖਤਾਂ ਨੇ ਜਿਹੜੀਆਂ ਇਸ ਗੱਲ ਦੀ ਹਾਮੀ ਭਰਦੀਆਂ ਕਿ ਹੈ ਬਨਾਰਸ ਦੇ ਨੇੜੇ ਜਾਂ ਬਨਾਰਸ। ਤੇ ਬਾਬਾ ਕਬੀਰ ਸਾਹਿਬ ਨੇ ਵੀ ਬਨਾਰਸ ਦਾ ਹਵਾਲਾ ਬਾਣੀ 'ਚ ਦਿੱਤਾ ਹੈ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਰ ਉਠਾਇਆ। ਭਾਵ ਮੁਕੰਮਲ ਜੀਵਨ ਬਾਬਾ ਜੀ ਨੇ ਸ਼ਿਵਪੁਰੀ ਮਗਰ ਜਾਂ ਆਪਣਾ ਬਨਾਰਸ ਜਾਂ ਕਾਸ਼ੀ ਜਿਸ ਦਾ ਨਾਮ ਹੈ ਉੱਥੇ ਬਤੀਤ ਕੀਤਾ ਹੈ। ਆਪ ਜੀ ਦੀ ਪਰਵਰਿਸ਼ ਮੁਸਲਮਾਨ ਜੁਲਾਹਾ ਤੇ ਜੁਲਾਹੀ ਜਿਨ੍ਹਾਂ ਦਾ ਨਾਮ ਹੈ ਨੀਰੂ ਤੇ ਨੀਮਾ, ਇਹਨਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਬੜੇ ਪਿਆਰ ਨਾਲ ਕੀਤਾ ਹੈ। ਰਾਮਾਨੰਦ ਜੀ ਨੂੰ ਆਪ ਜੀ ਨੇ ਆਪਣਾ ਗੁਰੂ ਧਾਰਨ ਕੀਤਾ, ਭਾਵੇਂ ਉਹ ਵੀ ਇੱਕ ਬੜੀ ਅਦਭੁਤ ਖੇਡ ਹੈ, ਕਿਉਂਕਿ ਜਦੋਂ ਬਾਬਾ ਕਬੀਰ ਦਾ ਆਗਮਨ ਹੁੰਦਾ ਹੈ ਨਾ, ਉਦੋਂ ਸਮਾਜ ਦੀ ਹਾਲਤ ਤਰਸਯੋਗ ਸੀ। ਇੱਥੇ ਦੋ ਸ਼੍ਰੇਣੀਆਂ ਦੀ ਬੜੀ ਵੱਡੀ ਭਰਮਾਰ ਸੀ। ਇੱਕ ਸ਼੍ਰੇਣੀ ਸੀ ਭਾਵੇਂ ਉਹ ਸਮਾਜ ਵਿੱਚ ਰੁਤਬਾ ਰੱਖਣ ਵਾਲੇ ਸਨ, ਭਾਵੇਂ ਉਹ ਧਾਰਮਿਕ ਆਗੂ ਸਨ ਤੇ ਭਾਵੇਂ ਉਹ ਰਾਜਸੀ ਹੁਕਮਰਾਨ ਸਨ। ਇਹ ਇੱਕੋ ਸ਼੍ਰੇਣੀ ਸੀ। ਇਹਨਾਂ ਦਾ ਨਾਮ ਗਿਣਿਆ ਜਾਂਦਾ ਸੀ ਹੁਕਮ ਚਲਾਉਣ ਵਾਲੇ ਲੋਕ। ਤੇ ਇਹ ਹੁਕਮ ਐਸਾ ਚਲਾਉਂਦੇ ਸੀ ਕਿ ਇਹ ਅੱਤ ਦਾ ਤਸੱਦਦ ਦਿੰਦੇ ਸਨ ਜਨਤਾ ਨੂੰ। ਲੁਕਾਈ ਤੜਫੀ ਹੋਈ ਸੀ, ਕਿਤੇ ਵਰਨ ਵੰਡ ਤੇ, ਕਿਤੇ ਜਾਤ ਪਾਤ, ਕਿਤੇ ਬੋਲੀ, ਕਿਤੇ ਅਮੀਰੀ ਗਰੀਬੀ। ਵਰਨ ਵੰਡ ਵਿੱਚ ਬਹੁਤ ਜ਼ਿਆਦਾ ਜ਼ੋਰ ਸਮਾਜ ਵਿੱਚ ਰਿਹਾ ਤੇ ਬਾਬਾ ਕਬੀਰ ਨੇ ਇਨਕਲਾਬੀ ਖਿਆਲ ਦਿੱਤੇ ਨੇ, ਬਾਣੀ 'ਚ ਦਰਜ ਹਨ।
ਹੁਣ ਬਾਬਾ ਕਬੀਰ ਸਾਹਿਬ ਆਮ ਲੋਕਾਂ ਦੀ ਤਰ੍ਹਾਂ ਇਸ ਚੱਲਦੇ ਵੈਣ ਵਿੱਚ ਨਾਲ ਨਹੀਂ ਚੱਲੇ। ਬਾਬਾ ਜੀ ਅਡੋਲ ਹੋ ਗਏ, ਖੜੇ ਹੋ ਗਏ। ਪਰ ਕਮਾਲ ਦੀ ਗੱਲ ਇਹ ਹੈ ਕਿ ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਆਵਾਜ਼ ਨੂੰ, ਆਪਣੇ ਖਿਆਲਾਂ ਨੂੰ ਆਪਣੇ ਤੱਕ ਨਹੀਂ ਰੱਖਿਆ। ਉਹਨਾਂ ਨੇ ਜਦੋਂ ਇਸ ਦਾ ਫੈਲਾਅ ਕੀਤਾ ਤੇ ਲੋਕਾਂ ਨੂੰ ਸਮਝ ਆ ਗਈ ਕਿ ਜੋ ਕੁਝ ਕਬੀਰ ਜੀ ਕਹਿੰਦੇ ਨੇ ਗੱਲ ਸੱਚ ਹੈ। ਜਿਹੜੇ ਜਾਤ ਪਾਤ ਦੇ ਸ਼ਿਕਾਰ ਸਨ ਲੋਕ, ਸ਼ੂਦਰਪੁਣੇ ਨੂੰ ਝੱਲਦੇ ਸਨ, ਦੁਖੀ ਸਨ, ਜਦੋਂ ਬਾਬਾ ਕਬੀਰ ਨੇ ਆਵਾਜ਼ ਮਾਰੀ ਨਾ ਪੁਰੋਹਿਤ ਸ਼੍ਰੇਣੀ ਨੂੰ, ਤੇ ਬਾਬਾ ਜੀ ਨੇ ਸਵਾਲ ਕੀਤਾ ਬੜਾ ਵੱਡਾ, ਬਾਣੀ ਵਿੱਚ ਦਰਜ ਨੇ, ਜੇ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਪੰਡਤ ਜੀ ਮੈਂ ਮੰਨਦਾ ਬ੍ਰਾਹਮਣ ਜੀ ਤੁਸੀਂ ਪੰਡਤ ਤੋਂ ਉੱਚ ਜਾਤੀ ਦੇ ਹੋ, ਮੈਂ ਕਿੰਤੂ ਨਹੀਂ ਕਰਦਾ, ਮੁਬਾਰਕ ਤੁਹਾਨੂੰ। ਪਰ ਕਹਿੰਦੇ ਨੇ ਇੱਕ ਗੱਲ ਦੱਸਿਓ, ਜੇ ਤੁਸੀਂ ਉੱਚੀ ਜਾਤ ਦੇ ਚੰਗੀ ਕੁਲ ਦੇ ਹੋ, ਸਾਨੂੰ ਮਾੜਾ ਗਿਣਦੇ ਹੋ, ਤੇ ਮੈਨੂੰ ਜਵਾਬ ਦਿਓ ਤੁਸੀਂ ਕਿਸੇ ਹੋਰ ਰਸਤੇ ਜਗਤ ਵਿੱਚ ਕਿਉਂ ਨਹੀਂ ਆਏ? ਤੁਸੀਂ ਕਿਸੇ ਸਿੰਘਾਸਨ ਤੇ ਬੈਠ ਕੇ ਅਰਸ਼ੋਂ ਫਰਸ਼ ਤੇ ਉਤਰਨਾ ਸੀ। ਜਿਵੇਂ ਮਾਂ ਦੇ ਰਾਹੀਂ ਮੇਰਾ ਜਨਮ ਹੋਇਆ ਤਿਵੇਂ ਹੀ ਤੁਹਾਡਾ ਜਨਮ ਹੋਇਆ, ਫਿਰ ਤੁਹਾਡੇ ਤੇ ਮੇਰੇ ਵਿੱਚ ਅੰਤਰ ਤੇ ਕੋਈ ਨਹੀਂ। ਜੇ ਤੋ ਬ੍ਰਾਹਮਣੀ ਜਾਇਆ ਤੋ ਆਨ ਹੋਰ ਬਾਟ ਰਸਤਾ ਕਾਹੇ ਨਹੀਂ ਆਇਆ। ਫਿਰ ਕਹਿੰਦੇ ਤੁਮਕਤ ਬ੍ਰਾਹਮਣ ਹਮਕਤ ਸੂਦ, ਕਹਿੰਦੇ ਤੂੰ ਕਿੱਥੋਂ ਦਾ ਬ੍ਰਾਹਮਣ ਹੈ ਤੇ ਮੈਂ ਕਿੱਥੋਂ ਦਾ ਸ਼ੂਦਰ ਹਾਂ। ਸਵਾਲ ਬੜਾ ਵੱਡਾ ਸੀ ਵੀ ਕਿੱਥੋਂ ਦਾ, ਕਿਉਂ, ਤੇਰੇ ਤੇ ਮੇਰੇ ਵਿੱਚ ਅੰਤਰ ਕਿਉਂ ਹੈ? ਉਹ ਕਹਿੰਦੇ ਜੀ ਬਿਲਕੁਲ ਹੈ। ਤੇ ਬਾਬਾ ਜੀ ਕਹਿੰਦੇ ਨੇ ਫਿਰ ਦੱਸ, ਹਮਕਤ ਲੋਹੂ ਤੁਮਕਤ ਦੂਧ। ਕਹਿੰਦੇ ਮੇਰੇ ਸਰੀਰ ਨੂੰ ਚੀਰ ਕੇ ਵੇਖ, ਮੇਰੀਆਂ ਨਾੜਾਂ ਵਿੱਚ ਖੂਨ ਵਗਦਾ ਹੈ। ਜੇ ਤੂੰ ਸਿਰਮੌਰ ਹੈ ਤੇ ਖੂਨ ਨੂੰ ਮਾੜਾ ਕਹਿੰਦਾ, ਸਾਡੇ ਨੂੰ ਸ਼ੂਦਰ ਹੈ ਤੂੰ। ਤੇ ਕਹਿੰਦੇ ਫਿਰ ਦੱਸ ਭਲਿਆ ਤੇਰੀਆਂ ਰਗਾਂ ਵਿੱਚ, ਤੇਰੀਆਂ ਨਾੜਾਂ ਵਿੱਚ ਕਿਹੜਾ ਦੁੱਧ ਵਗ ਰਿਹਾ ਹੈ? ਉੱਥੇ ਵੀ ਖੂਨ ਹੈ। ਜਦੋਂ ਇਹ ਵਿਚਾਰ ਲੋਕਾਂ ਨੂੰ ਸਮਝ ਆਏ ਤੇ ਲੋਕ ਬਾਬਾ ਕਬੀਰ ਸਾਹਿਬ ਦੇ ਨਾਲ ਹੋ ਗਏ। ਇਹ ਆਵਾਜ਼ ਕੱਲੇ ਬਾਬੇ ਦੀ ਨਹੀਂ ਰਹੀ, ਇਹ ਆਵਾਜ਼ ਇੱਕ ਲਹਿਰ ਦੀ ਸ਼ਕਲ ਲੈ ਕੇ ਦੁਨੀਆ ਨੇ ਬਾਬਾ ਕਬੀਰ ਨੂੰ ਵਡਿਆਉਣਾ ਸ਼ੁਰੂ ਕੀਤਾ। ਹੁਕਮਰਾਨਾਂ ਨੂੰ, ਧਾਰਮਿਕ ਆਗੂਆਂ ਨੂੰ, ਸਮਾਜਿਕ ਠੇਕੇਦਾਰਾਂ ਨੂੰ ਇਹ ਗੱਲ ਉਦੋਂ ਮਾੜੀ ਲੱਗਣੀ ਸ਼ੁਰੂ ਹੋਈ। ਪਰ ਜਦੋਂ ਇਹ ਕਲਾਮ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਮੈਂ ਹੋਰ ਅਰਜ਼ ਕਰਦੇ ਹਾਂ, ਬਾਬਾ ਕਬੀਰ ਸਾਹਿਬ ਦੀ ਜੋ ਅੰਤਲੀ ਤਰੀਕ ਹੈ ਉਹ 1518 ਹੈ। ਬਾਬਾ ਕਬੀਰ ਸਾਹਿਬ 1518 ਤਕਰੀਬਨ 119 ਸਾਲ ਤੇ 6 ਮਹੀਨੇ ਦਾ ਸਮਾਂ ਬਾਬਾ ਕਬੀਰ ਸਾਹਿਬ ਦੀ ਉਮਰ ਦਾ ਇੱਕ ਸਦੀ ਪੂਰੀ ਜੀਵੇ ਹੈ। ਤੇ ਉਸ ਤਰੀਕੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਇਤਿਹਾਸ ਕਹਿੰਦਾ ਵੀ ਬਾਬਾ ਕਬੀਰ ਸਾਹਿਬ ਤੇ ਗੁਰੂ ਨਾਨਕ ਸਮਕਾਲੀ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਦੂਸਰੀ ਉਦਾਸੀ 1514 ਦੇ ਵਿੱਚ ਮੁਕੰਮਲ ਹੁੰਦੀ ਹੈ। ਤੇ ਉਹਨਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਬਾਬਾ ਕਬੀਰ 17 ਤੱਕ ਰਹੇ ਨੇ, 1519 17 ਤੱਕ, ਤੇ ਇਹ ਆਪਸ ਵਿੱਚ ਮਿਲੇ ਹੋਣਗੇ ਕਿਤੇ ਨਾ ਕਿਤੇ। ਉਹ ਫਿਰ ਪੱਕਾ ਪ੍ਰੂਫ ਕਿਤੇ ਇਤਿਹਾਸ ਵਿੱਚ ਨਹੀਂ। ਇਹ ਕੁਝ ਕਮੀਆਂ ਸਾਡੀਆਂ ਵੀ ਨੇ ਕਿ ਅਸੀਂ ਲੋਕ ਇਤਿਹਾਸ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ, ਜਿਸ ਦਾ ਖਾਮਿਆਜਾ ਵੀ ਸਾਨੂੰ ਭੁਗਤਣਾ ਪੈ ਰਿਹਾ ਹੈ। ਸਾਡਾ ਆਪਣਾ ਇਤਿਹਾਸ ਜਿਹੜਾ ਅਸੀਂ ਆਪਣੇ ਪਿੰਡੇ ਤੇ ਹੰਢਾਇਆ ਹੈ, ਹੋਰ ਤੇ ਹੋਰ ਆ ਜਿਹੜਾ ਲਾਸਟ ਘੱਲੂਘਾਰਾ ਹੋਇਆ ਸਾਡੇ ਤੇ 84 ਵਾਲਾ, ਉਹ ਵੀ ਅਸੀਂ ਲੋਕਾਂ ਦੀਆਂ ਲਿਖਤਾਂ ਨੂੰ ਲਈ ਫਿਰਦੇ ਆ। ਕਿਸੇ ਸਾਡੇ ਸਿੱਖ ਵਿਦਵਾਨ ਨੇ ਪੱਕੇ ਰੂਪ ਵਿੱਚ ਉਸ ਚੀਜ਼ ਨੂੰ ਕਲਮ ਬੰਦ ਕਰਕੇ ਕਿਸੇ ਤਰੀਕੇ ਨਾਲ ਸਾਡੇ ਤੱਕ ਨਹੀਂ ਪਹੁੰਚਾਇਆ। ਆਸਰਾ ਉੱਥੇ ਵੀ ਦੂਜਿਆਂ ਦਾ ਹੀ ਹੈ। ਕਾਰਨ ਕੀ ਹੈ? ਅਸੀਂ ਕਲਮ ਦੇ ਬਹੁਤ ਕਮਜ਼ੋਰ ਹੋ ਗਏ ਹਾਂ ਤੇ ਅਸੀਂ ਹੈ ਉਸ ਬਾਪੂ ਦੇ ਬੱਚੇ ਹਾਂ ਜਿਸ ਗੁਰੂ ਨੇ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਨਾ ਤੀਰ ਮਾਰ ਕੇ ਮਾਰਿਆ, ਨਾ ਤਲਵਾਰ ਮਾਰੀ, ਨਾ ਨੇਜਾ, ਨਾ ਬਰਛਾ। ਮੇਰੇ ਦਾਤੇ ਦੀ ਕਲਮ ਦੀ ਤਾਕਤ ਕਿੱਡੀ ਮਹਾਨ ਸੀ ਕਿ ਬਾਪੂ ਨੇ ਕਲਮ ਚੁੱਕੀ, ਕਾਗਜ਼ ਚੁੱਕਿਆ, ਦੀਨੇ ਕਾਂਗੜ 'ਚ ਬਾਪੂ ਬੈਠਾ ਤੇ ਇੱਕ ਚਿੱਠੀ ਲਿਖ ਦਿੱਤੀ ਜਿਸ ਦਾ ਨਾਮ ਸੀ ਜ਼ਫਰਨਾਮਾ। ਔਰੰਗਜ਼ੇਬ ਨੇ ਪੜ੍ਹੀ ਤੇ ਉਡਾਰੀਆਂ ਹੀ ਲਾ ਗਿਆ।
ਕਾਰਨ ਕੀ? ਜਿਸ ਦੀ ਕਲਮ ਵਿੱਚ ਤਾਕਤ ਹੈ ਉਸ ਨੂੰ ਬਹੁਤਾ ਸ਼ਸਤਰ ਨਹੀਂ ਚੁੱਕਣਾ ਪੈਂਦਾ, ਤੇ ਜਿਨ੍ਹਾਂ ਕੋਲ ਸ਼ਸਤਰ ਨੇ ਉਹ ਕਲਮ ਤੋਂ ਦੂਰ ਹੋ ਗਏ। ਸਾਡੇ ਬਾਪੂ ਕੋਲ ਕਲਮ ਵੀ ਕਮਾਲ ਸੀ, ਸਾਡੇ ਬਾਪੂ ਕੋਲ ਤੀਰ ਵੀ ਕਮਾਲ ਸਨ। ਲੇਕਿਨ ਅੱਜ ਸਿੱਖ ਨਾ ਤੀਰਾਂ ਵਾਲਾ ਰਿਹਾ ਤੇ ਨਾ ਸਿੱਖ ਕਲਮ ਵਾਲਾ ਰਿਹਾ। ਕਲਮ ਕਰਕੇ ਵੀ ਮੁਤਾਜ ਹੈ, ਜੋ ਕੋਈ ਲਿਖ ਦਿੰਦਾ ਸੀ ਮੰਨੀ ਜਾ ਰਹੇ ਹਾਂ, ਉਹੀ ਕੁਝ ਪੜ੍ਹਾਇਆ ਜਾ ਰਿਹਾ ਹੈ, ਸਾਡੇ ਗੁਰੂਆਂ ਤੇ ਕਿੰਤੂ ਹੋ ਜਾਂਦਾ ਹੈ। ਇਸ ਦੇ ਪਿੱਛੇ ਕੁਝ ਕਾਰਨ ਹੈ। ਮੈਂ ਗੁਰੂ ਦੀ ਗੋਦ ਵਿੱਚ ਮੀਡੀਆ ਭਾਵੇਂ ਚੱਲ ਰਿਹਾ, ਪਰ ਇੱਕ ਗੱਲ ਸੱਚੀ ਹੈ ਤੇ ਬੋਲ ਦਿਆਂਗਾ। ਅੱਜ ਸਾਡੇ ਕੋਲ ਉਹ ਵਿਦਵਾਨ ਨਹੀਂ ਰਹੇ ਜਿਨ੍ਹਾਂ ਵਿਦਵਾਨਾਂ ਨੂੰ ਭਾਵੇਂ ਪੰਥਕ ਰੂਪ ਵਿੱਚ ਧੜੇਬੰਦੀ, ਜਥੇਬੰਦੀ ਜਿਹੜੀ ਮਰਜ਼ੀ ਹੋਵੇ, ਪਰ ਉਹ ਜੀ ਆਇਆਂ ਕਹਿੰਦੀ ਸੀ। ਐਸੇ ਵਿਦਵਾਨ ਜਿਹੜੇ ਸਾਂਝੇ ਤੇ ਗੁਰੂ ਗ੍ਰੰਥ ਦੇ ਵਿਦਵਾਨ ਸਨ, ਗੁਰੂ ਪੰਥ ਦੇ ਵਿਦਵਾਨ ਸਨ। ਅੱਜ ਅਸੀਂ ਵਿਦਵਾਨ ਜਥੇਬੰਦੀਆਂ ਦੇ ਹੋ ਗਏ ਆ, ਅੱਜ ਧੜੇਬੰਦੀਆਂ ਦੇ ਹੋ ਗਏ ਆ। ਜਿਹੜਾ ਮੇਰੇ ਪੱਖ ਦੀ ਗੱਲ ਕਰਦਾ, ਮੇਰੇ ਜਥੇ ਦੀ ਗੱਲ ਕਰਦਾ, ਉਹ ਮੇਰਾ ਹੈ ਤੇ ਦੂਜਾ ਨਹੀਂ ਸੱਦਦਾ। ਜਿਹੜਾ ਦੂਜਿਆਂ ਦਾ ਉਸ ਨੂੰ ਅਸੀਂ ਨਹੀਂ ਸੱਦਦੇ। ਤੇ ਗੁਰੂ ਗ੍ਰੰਥ ਤੇ ਸਾਂਝਾ ਹੈ ਭਲੇ ਉਹ। ਪੰਥਕ ਮਰਿਆਦਾ ਇੱਕ ਹੈ, ਗੁਰੂ ਗ੍ਰੰਥ ਦੀ ਵਿਚਾਰ ਇੱਕ ਹੈ। ਉਹ ਰੱਬ ਦਾ ਵਾਸਤਾ ਜੇ ਅੱਜ ਹੈਨ ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਵਿਦਵਾਨ ਨੇ ਸਿੱਖਾਂ ਕੋਲ। ਤੇ ਕਦੇ ਉਹ ਸਮਾਂ ਸੀ ਜਦੋਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਇੱਕ ਸਿੱਖ ਭਾਈ ਗੋਪਾਲੇ ਨੂੰ ਸੱਦਦੇ, ਜਿਹੜਾ ਕਿ ਘੋੜਿਆਂ ਦੀ ਲਿੱਦ ਪਿਆ ਚੁੱਕਦਾ ਸੀ। ਜਦੋਂ ਵਿਦਵਾਨ ਆ ਕੇ ਚਰਚਾ ਕਰਦਾ ਹੈ, ਪੰਡਿਤ ਕਹਿੰਦਾ ਮੇਰੇ ਸਾਹਮਣੇ ਕੌਣ ਖੜ ਸਕਦਾ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੱਸ ਕੇ ਕਹਿਣ ਲੱਗੇ, ਜੇ ਮੇਰੇ ਨਾਲ ਚਰਚਾ ਕਰੇਗਾ ਹੈਰਾਨ ਆਇਆ, ਪਰ ਜੇ ਮੈਂ ਤੇਰੇ ਤਰਕ ਬਿਤਰਕ ਦਾ ਜਵਾਬ ਦਿੱਤਾ ਤੇ ਮੁੜ ਕੇ ਵੀ ਤੂੰ ਨਹੀਂ ਮੰਨਣਾ, ਤੂੰ ਕਹਿਣਾ ਗੁਰੂ ਤੇ ਕਰਾਮਾਤੀ ਆਈ ਕੰਮ ਕਰੋ। ਭਾਈ ਧੰਨਾ ਸਿੰਘ ਨਾਮ ਹੈ ਸਿੱਖ ਦਾ, ਭਾਈ ਧੰਨਾ ਸਿੰਘ ਘੋੜਿਆਂ ਦੀ ਲਿੱਦ ਉਦੋਂ ਉਸ ਸਮੇਂ ਚੁੱਕਦਾ ਪਿਆ ਤੇ ਗੁਰਦੇਵ ਕਹਿੰਦੇ ਨੇ ਧੰਨਾ ਸਿੰਘ ਨੂੰ ਸੱਦੋ। ਬੁਲਾਇਆ ਜਾਂਦਾ ਹੈ, ਜਿਹੜੇ ਸਵਾਲ ਜਵਾਬ ਕਰਦਾ ਹੈ, ਕਾਵ ਬੰਦ ਕਰਦਾ ਹੈ, ਭਾਈ ਧੰਨਾ ਸਿੰਘ ਉਸ ਦੇ ਅਰਥ ਕਰ ਦਿੰਦੇ ਨੇ। ਲੇਕਿਨ ਜਦੋਂ ਭਾਈ ਧੰਨਾ ਸਿੰਘ ਕਹਿੰਦੇ ਨੇ ਪੰਡਤ ਜੀ ਹੁਣ ਮੈਂ ਪੁੱਛਾਂ, ਕਹਿੰਦਾ ਪੁੱਛ, ਮੇਰੇ ਵਰਗਾ ਵਿਦਵਾਨ ਕੌਣ ਹੈ? ਤੇ ਉਸ ਧੰਨਾ ਸਿੰਘ ਨੇ ਇੱਕੋ ਗੱਲ ਆਖੀ ਸੀ। ਉਹ ਬੋਲ ਸਨ ਕਿ ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਤਨ ਤਾਪ ਕੇ ਆਏ, 30 ਮਰੇ ਪੀ ਕੇ ਪਰਸੇ ਕਬਹੂ ਨਾ ਮਰੇ ਪਰਦੇਸ ਸਿਧਾਏ। ਹੁਣ ਜਦੋਂ ਇਹ ਬਾਤ ਸੁਣੀ ਸੀ ਹੈਰਾਨ ਹੀ ਹੋ ਗਿਆ, ਕਹਿੰਦਾ ਕਮਾਲ ਕਰੀ ਜਾਂਦੇ ਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੱਥਾ ਟੇਕਿਆ, ਕਹਿੰਦਾ ਜੋ ਸੁਣਿਆ ਸੀ ਉਹ ਪਾ ਲਿਆ, ਜੋ ਸੁਣਿਆ ਸੀ ਉਹ ਜਾਣ ਲਿਆ। ਅੱਜ ਦੁੱਖ ਨਾਲ ਕਹਿਣਾ ਪੈਂਦਾ ਹੈ, ਅੱਜ ਸਾਡੇ ਬੰਦੇ ਆਏ ਨੇ, ਕੱਲ ਤੁਹਾਡੇ ਬੰਦੇ ਪ੍ਰਚਾਰਨਗੇ। ਜਦੋਂ ਸਾਡੇ ਤੁਹਾਡੇ ਵਿਦਵਾਨ ਹੋ ਗਏ, ਉਦੋਂ ਧਰਮ ਦੀ ਗੱਲ ਨਹੀਂ ਹੋਣੀ, ਉਦੋਂ ਕਿਸੇ ਖਾਸ ਜਥੇਬੰਦੀ ਦੀ, ਕਿਸੇ ਖਾਸ ਪਰੰਪਰਾ ਦੀ, ਕਿਸੇ ਖਾਸ ਮਿਸ਼ਨ ਦੀ ਗੱਲ ਹੋਏਗੀ, ਗੁਰੂ ਗ੍ਰੰਥ ਦੀ ਗੱਲ ਨਹੀਂ ਜੇ ਹੋਣੀ। ਸੋ ਐਸੇ ਵਿਦਵਾਨਾਂ ਨੂੰ ਤਿਆਰ ਕਰੋ ਜਿਹੜੇ ਸਾਂਝੇ ਨੇ, ਇਕੱਠੇ ਹੋਵੋ, ਸਿਰ ਜੋੜੋ, ਬਾਣੀ ਦਾ ਮੰਥਨ ਕਰੋ, ਇਤਿਹਾਸ ਦਾ ਚਿੰਤਨ ਕਰੋ, ਵਿਚਾਰ ਕੇ ਵੇਖੋ ਮਿਲਾਵਟ ਕਿੱਥੇ ਹੈ, ਖੋਜ ਕੇ ਵੇਖੋ। ਸਾਡੇ ਗੁਰੂ ਮਹਾਰਾਜ, ਸਾਡੇ ਪਾਤਸ਼ਾਹਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਇਸ ਦੀ ਗਹਿਰਾਈ, ਇਸ ਦੇ ਭਾਵ ਅਰਥ ਨੂੰ, ਇਸ ਦੇ ਤੱਤ ਸਾਰ ਨੂੰ ਹੋਰ ਵੀ ਅੱਗੇ ਖੋਜੋ, ਇਤਿਹਾਸ ਨੂੰ ਵਾਚੋ, ਮਰਿਆਦਾ ਬਾਰੇ ਵਿਚਾਰਾਂ ਕਰੋ। ਪਰ ਅਸੀਂ ਇੱਕ ਦਾਇਰੇ 'ਚ ਬੈਠੇ ਹਾਂ, ਕੋਈ ਰਾਜਨੀਤਕ, ਕੋਈ ਜਥੇਬੰਦਕ, ਕੋਈ ਸਮਾਜਕ। ਤੇ ਬਾਬਾ ਕਬੀਰ ਵਰਗੇ ਬੰਦੇ ਜੇ ਉਹ ਵੀ ਸਾਡੇ ਵਾਂਗੂ ਬਹਿ ਜਾਂਦੇ, ਅੱਜ ਬਾਬਾ ਕਬੀਰ ਦਾ ਕਲਾਮ ਸਾਡੇ ਕੋਲ ਨਹੀਂ ਸੀ ਹੋਣਾ। ਬਾਬਾ ਕਬੀਰ ਇਨਕਲਾਬੀ ਬਣ ਗਏ, ਉਹਨਾਂ ਨੇ ਸੱਚ ਦੀ ਗੱਲ ਕੀਤੀ, ਪਰਵਾਹ ਨਹੀਂ ਕੀਤੀ ਵਕਤ ਦੇ ਹੁਕਮਰਾਨਾਂ ਦੀ। ਭਾਵੇਂ ਬਾਬਾ ਕਬੀਰ ਨੂੰ ਗੰਗਾ 'ਚ ਪੱਥਰ ਬੰਨ੍ਹ ਕੇ ਸੁੱਟਿਆ, ਭਾਵੇਂ ਬਾਬਾ ਕਬੀਰ ਨੂੰ ਭਗਤ ਨਾਮਦੇਵ ਜੀ ਵਾਂਗੂ ਹਾਥੀ ਮੂਹਰੇ ਵੀ ਸੁੱਟਿਆ ਗਿਆ ਇੱਕ ਵਾਰੀ। ਬੜਾ ਵਿਰੋਧ ਹੈ ਬਾਬੇ ਕਬੀਰ ਦਾ,
लेकिन जिहड़ा सच्चा सी, जिथे रब दी बरकत, जिथे दुनिया ने सलाया, उत्थे बाबा कबीर ने हामी भी भरी है। गंगा की लहर मेरी टुटी जंजीर। 16 रागां विच बाबा कबीर साहब की बाणी है गुरु ग्रंथ साहब जी विच। 535 शब्द श्लोक ने। खास बाणियां गोड़ी राग विच 52 अखरी है। बाबा जी ने थिती लिखी है, बाबा जी ने वार लिखे ने। ऐसा सच्चा ज्ञान दिता है उन्हें श्रोमणी भगत बाबा कबीर साहब जिन्हां दा जन्म दिहाड़ा है। सो मत्था टेकदे हां ते साडा फर्ज है असी कबीर पंथियां नूं भी गले लगा के समझाइए, प्यारिओ ये गुरु नानक साहब दा तरस है कि उन्होंने बाबा कबीर साहब दे विचारां नूं मिलावट ते खोरा लगन तो बचाने वास्ते अपने नाल जोड़ लिया ते बच गया। नहीं तो पुरानियां लिखतां सिद्धांतक पक्ष तो अवेसले हुंदे लोग उन्होंने मिलावटां कीतियां। ऐसी मिलावट हुई कि सच तो वो दूर चले गए। सिद्धांत वही बचे आ जिहड़ा बाबे ने जोड़ लिया। कैसे श्लोक ने बाबा कबीर दे, किते पढ़ो कबीर मेरी सिमरनी रसना उपर राम। बिल्कुल सीधा खंडन है। हथ दे सिमरने नाल कख भी नहीं होना जदों तक तेरी रसना दे उत्ते रब नहीं होएगा। हुण ते काउंटिंग मीटर चली जाता है, अरदास हो रही है तां भी उंगल नहीं रुकती, कीर्तन हो रहा तां भी उंगल नहीं रुकती। फिर शाम नूं लिख देना इन्ने वारी वाहिगुरू। मीटर ने कहा है, अपनी जुबान तो ते नहीं बोलते, गल्लां भी करदे उंगल नहीं रुकती। ते बाबा कबीर की कहते रसना उपर राम, आद जुगादी सगल भगत तब सुख विश्राम। कबीर साहब ने एक बहुत सुंदर विचार दिता है। कबीर मन निर्मल भया जैसा गंगा नीर पाछे लागो हर फिरै, कहते कबीर कबीर। दुनिया करदी सी गंगा किनारे घर बना के रहना, तीरथ बना लिया, जप लिया, पानी जल वही पीता, उसे विच इशनान किया। विचार की सी असी पवित्र हाँ। बाबा जी कहते जे मन निर्मल नहीं ते जिन्ना मर्जी गंगा दे विच रह लै। कबीर गंगा तीर जो घर करें पीवें निर्मल नीर, बिन खर नाम ना मुकत होए। इयों कह रमे कबीर ते फिर जुगत देती। तेरा मन अगर निर्मल है ते रब तेरे मगर है, रब तैनू मिलेगा। आप रब ने तैनू आवाज मारनी। ये इत्थे भी गल आ गई कि करमी आपो अपनी के नेड़े के दूर। अगर तेरी करनी विच रब वाहिगुरु सिमरन बाणी संगत सेवा है ते रब दे नेड़े है, वरना तू रब तो दूर है। असी नेड़े होना है, असी नजदीक बैठना है। पिता दी गोद विच बच्चा है, वो सुखी है। पिता तो दूर चला जाता है, उस वर्गा दुख नहीं। इस करके अज सानू बाबा नानक जी की बाणी जपजी साहब दे इस श्लोक विचों जो हुक्म मिल रहा वो ये है कि बाबा जी कहते करमी आपो अपनी के नेड़े के दूर। तेरे कम की ने, तैनू मंच मिलिया, तैनू धरती मिली, तैनू खिडावे खिडावी मिले, तेरा आसरा इत्थे रब ने सब कुछ दिता ते तू कम की करदा है, ये तू देख। वरना फिर अर्जोइयां ही ने, जिवें गुरु अर्जन साहब जी ने रब तो विछोड़े की गल समझाई। आपां बाणी पढ़ते हैं 12 माह के सिरलेख विच माझ राग विच गुरु अर्जन साहब जी की। ते गुरु ने पहली पौड़ी विच ही गल की। 12 माह का मतलब 12 महीने, लेकिन पौड़ियां 14 ने। पहली पौड़ी विच बाबा जी ने जिक्र किया कि मैं तेरे तो रब्बा क्यों बिछड़िया। फिर 12 महीने हुक्म है किवें किवें, जिवें अज महीना जेठ दा है, हर जेठ जुड़न दा लोड़ी है जिस अगे सब निवन। हर सज्जन दावण लगे किसै न देई बन, जिस दिन तू अपने हरी दे पल्ले नाल लगे तैनू कोई बंधन नहीं जे पैना, तैनू कोई रुकावट नहीं होनी, तैनू कोई जाल विच फसा नहीं सकदा। ते पहली पौड़ी विच ही गल है किरत कर्म के बिछुड़े कर कृपा मेलो राम। 4 कुंट दह दिस भर में, चौहां वड्डियां दिशावां पासे 4 ते दह दिस 10 दिशा, 4 मुख
ਚੜ੍ਹਦਾ ਲਹਿੰਦਾ ਉੱਤਰ ਤੇ ਦੱਖਣ, ਤੇ 4 ਇਹਨਾਂ ਦੇ ਕੋਨੇ, 8 ਤੇ 2 ਉੱਤੇ ਤੇ ਥੱਲੇ, ਇਹ 10 ਪਾਸੇ ਨੇ। ਇਹ ਮੁਕੰਮਲ ਹੋ ਗਿਆ। 4 ਕੁੰਟ ਦਹਿ ਦਿਸ ਭਰਮੇ, ਕੀ ਹੋਇਆ ਫਿਰ? ਥਕਾਏ ਪ੍ਰਭ ਕੀ ਸ਼ਾਮ, ਹਾਰ ਕੇ ਮਾਲਕਾ ਤੇਰੀ ਸ਼ਰਨ ਆਣਾ ਪਿਆ। ਤੇ ਹਾਲਤ ਕੀ ਹੈ? ਤੇਨ ਦੁਧੈ ਤੇ ਬਾਹਰੀ, ਕਿਤੈ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੂੰ ਹੁਣ ਆਪਣੇ ਆਪ ਨੂੰ ਚੰਗਾ ਬਣਾਣਾ ਕਿ ਆਪਣੇ ਆਪ ਨੂੰ ਐਵੇਂ ਹੀ ਰੱਖਣਾ? ਜੁੜੇਗਾ ਤੇ ਮੁੱਲ ਪਏਗਾ, ਟੁੱਟੇਗਾ ਤੇ ਸੁੱਕ ਜਾਏਗਾ, ਮੁੱਕ ਜਾਏਗਾ, ਵਜੂਦ ਨਹੀਂ ਰਹਿਣਾ। ਤੇ ਮਨੁੱਖਾ ਜਨਮ ਲੈ ਕੇ ਅਗਰ ਸਿਮਰਨ ਨਾ ਕੀਤਾ ਤੇ ਫਿਰ ਹਾਲ ਹੈ ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਏਗਾ। ਇਸ ਦੇ ਵਿੱਚ ਵੀ ਕਾਰਨ ਹੈ। ਇੱਕ ਛੋਟੀ ਜਿਹੀ ਉਦਾਹਰਣ ਬਾਬਾ ਕਬੀਰ ਸਾਹਿਬ ਦੀ ਦੇਦੇ ਆ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਅਸਲ ਵਿੱਚ ਇਹ ਜਗਤ ਦਾ ਤਮਾਸ਼ਾ ਕਹਿੰਦੇ ਮੈਂ ਦੇਖਦਾ, ਮੈਨੂੰ ਹੈਰਾਨਗੀ ਹੁੰਦੀ। ਬਾਬਾ ਕਬੀਰ ਕਹਿੰਦੇ ਮਾਂ ਬੱਚੇ ਨੂੰ ਦੁੱਧ ਪਿਆਂਦੀ ਹੈ ਤੇ ਚੰਗੀ ਗੱਲ ਹੈ, ਕਿਉਂਕਿ ਇੱਕ ਸੰਸਾਰੀ ਸਿਸਟਮ ਹੈ ਰੱਬ ਦਾ। ਮਾਂ ਨੇ ਬੱਚੇ ਨੂੰ ਦੁੱਧ ਪਿਆਣਾ ਹੈ, ਪਰ ਜੇ ਬੱਚੇ ਨੂੰ ਮਾਂ ਚੁੰਗਣ ਲੱਗ ਪਵੇ, ਉਲਟ ਹੋ ਗਿਆ, ਤੇ ਦੁਨੀਆ ਨੇ ਕਹਿਣਾ ਇਹ ਕਿਆ ਹੈ, ਇਹ ਕੀ ਹੋ ਰਿਹਾ ਹੈ? ਅਸਲ ਵਿੱਚ ਗੱਲ ਇੱਥੇ ਖਰਾਬ ਹੋ ਗਈ। ਮਤ ਰੂਪ ਮਾਂ ਹੈ ਤੇ ਮਨ ਰੂਪ ਬੱਚਾ ਹੈ। ਅੱਜ ਮਤ ਜਿਹੜੀ ਹੈ ਉਹ ਮਨ ਦੇ ਮਗਰ ਤੁਰੀ ਫਿਰਦੀ ਹੈ। ਜਗਤ ਵਿੱਚ ਉਲਟਾ ਕਰਮ ਹੋ ਗਿਆ। ਬੰਦਾ ਦੁਖੀ ਹੈ ਕਿਉਂਕਿ ਬੱਚਾ ਹਮੇਸ਼ਾ ਇਆਣਾ ਹੁੰਦਾ ਹੈ, ਮਾਂ ਤੋਂ ਸਿਆਣਾ ਨਹੀਂ ਹੋ ਸਕਦਾ। ਇਹ ਵੀ ਸਮਾਜਿਕ ਗੱਲ ਕਹਦੇ ਆ। ਜਿਹੜੇ ਬੱਚੇ ਮਾਣ ਕਰਦੇ ਆ ਮੇਰੇ ਮਾਤਾ ਪਿਤਾ ਅਨਪੜ੍ਹ ਨੇ, ਮੈਂ ਸਿਆਣਾ, ਭਲਿਆ ਉਹ ਸਿਆਣੇ ਸਨ ਤੇ ਤੈਨੂੰ ਕਿਸੇ ਮੁਕਾਮ ਤੇ ਅਪੜਾ ਦਿੱਤਾ ਹੈ। ਤੇਰੇ ਭਾਉ ਅਨਪੜ੍ਹ ਨੇ ਪਰ ਉਹ ਸਿਆਣੇ ਸਨ, ਤੈਨੂੰ ਕਿਸੇ ਪਦਵੀ ਤੇ ਪਹੁੰਚਾ ਦਿੱਤਾ ਹੈ। ਤੇ ਬੱਚਾ ਨੇ ਨਾ ਕਹੋ ਕਬੀਰ ਪ੍ਰਗਟ ਭਈ ਖੇੜ, ਲੇਲੇ ਕੋ ਚੂੰਗੇ ਨਿਤ ਭੇੜ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਗੁਰੂ ਹੁਕਮ ਵਿੱਚ ਘਾਲ ਕਮਾਈ ਕੀਤੀ, ਕਬੂਲ ਪੈ ਗਏ। ਕਿਤਨੇ ਕਬੂਲ? ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਹੈ ਨਾਨਕ ਉਹ ਮੁਖ ਉਜਲ ਨੇ ਤੇ ਖਾਲੀ ਕੱਲੇ ਨਹੀਂ, ਕਿਤਨਿਆਂ ਨੂੰ ਨਾਲ ਲੈ ਕੇ ਤਰ ਗਏ। ਇੱਕ ਸ਼ਲੋਕ ਇਹ ਗੁਰੂ ਅੰਗਦ ਸਾਹਿਬ ਜੀ ਦੇ ਸਿਰਲੇਖ ਵਿੱਚ ਹੈ। 3 ਅੰਤਰ ਨੇ, ਇੱਥੇ ਹੈ ਪਵਨ ਗੁਰੂ, ਉੱਥੇ ਹੈ ਪੌਣ ਗੁਰੂ। ਇਸ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਇੱਥੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਤੋਂ ਅੱਗੇ ਆਪਾਂ ਇਹ ਦਿਵਸ ਰਾਤ ਤੇ ਦਿਨਸ ਰਾਤ, ਇੱਕ ਅੰਤਰ ਇਹ ਹੈ, ਇੱਥੇ ਦਿਵਸ ਰਾਤ ਉੱਥੇ ਦਿਨਸ ਰਾਤ ਹੈ। ਤੇ ਆਖੀਰ ਹੈ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਉਹ ਗੁਰੂ ਅੰਗਦ ਸਾਹਿਬ ਦਾ ਬਚਨ ਹੈ। ਦਿਵਸ ਦਿਨਸ, ਪਵਨ ਤੇ ਪੌਣ ਤੇ ਹੋਰ ਇੱਕ ਅੱਖਰ ਹੈ, 3 ਉਸ ਵਿੱਚ ਡਿਫਰੈਂਸ ਨੇ। ਉਹ ਗੁਰੂ ਅੰਗਦ ਸਾਹਿਬ ਦਾ ਹੈ। ਸ਼ਲੋਕ ਵਿੱਚ ਬਾਬਾ ਜੀ ਨੇ ਗੱਲ ਕੀਤੀ ਜਪੋ, ਤੇ ਜਿਨ੍ਹਾਂ ਨੇ ਸਿਮਰਿਆ ਉਹ ਕਬੂਲ ਪੈ ਗਏ, ਉਹ ਆਪਣੀ ਸੰਗਤ ਵਿੱਚ ਕਈਆਂ ਨੂੰ ਉਤਾਰ ਗਏ। ਸੋ ਆਪਾਂ ਜੁੜੀਏ ਗੁਰੂ ਨਾਲ, ਬਾਣੀ ਨਾਲ, ਤਾਂ ਹੀ ਸਾਡਾ ਜਨਮ ਸਕਾਰਥ ਹੈ। ਜਪਜੀ ਸਾਹਿਬ ਬਾਣੀ ਅੱਜ ਮੁਕੰਮਲ ਹੋਈ ਹੈ। ਇਸ ਵਿੱਚ ਗੁਰੂ ਪਿਤਾ ਨੇ ਸਾਨੂੰ ਸਿਮਰਨ ਦੇ ਲੜ ਲਗਾਇਆ ਹੈ। ਅਖੀਰ ਵਿੱਚ ਵੀ ਜਪਣ ਦੀ ਗੱਲ, ਸ਼ੁਰੂ ਵਿੱਚ ਵੀ ਜਪਣ ਦੀ ਗੱਲ ਹੈ। ਸੋ ਜਿਨ ਸੇਵਿਆ ਤਿਨ ਪਾਇਆ, ਮਾਨ ਨਾਨਕ ਗਾਵੀਐ ਗੁਣੇ ਨਿਧਾਨ। ਸਮੂਹ ਸੰਗਤ ਨੂੰ ਬਾਬਾ ਕਬੀਰ ਸਾਹਿਬ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ। ਹੋਈਆਂ ਭੁੱਲਾਂ ਨਾ ਚਿਤਾਰਨੀਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।